हाँ जी दोस्तों, वेलकम। स्वागत है ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਅੱਜ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਨਵੀਂ ਖੇਡ ਨੀਤੀ 2023 ਦੇ ਚੈਪਟਰ 6 ਦੇ ਵਿੱਚ ਜਿਹੜਾ ਅਨੈਕਸਰ 3 ਹੈ, ਅਨੁਲਗ 3 ਹੈ, ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਅਧਿਆਏ 6 ਜਦੋਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਤਾਂ ਉਦੋਂ ਅਨੈਕਸਰ 3 ਹੈ ਜਿਹੜਾ ਆਪਾਂ ਪੈਂਡਿੰਗ ਛੱਡਿਆ ਸੀ ਕਿ ਅਗਲੀ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਇਹਦੀ ਪੂਰੀ ਮੁਹੱਈਆ ਕਰਵਾਵਾਂਗੇ ਤੁਹਾਨੂੰ। ਸੋ ਅਨੈਕਸਰ 3 ਹੈ ਜਿਹੜਾ ਅਨੁਲਗ 3, ਜਿਹਦੇ ਵਿੱਚ ਵਿੱਤੀ ਸਹਾਇਤਾ ਬਾਰੇ ਡਿਟੇਲ ਦੇ ਵਿੱਚ ਲਿਖਿਆ ਗਿਆ, ਖਿਡਾਰੀਆਂ ਨੂੰ ਵਿੱਤੀ ਸਹਾਇਤਾ ਦੇਣ ਬਾਰੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਇਸ ਵੀਡੀਓ ਦੇ ਵਿੱਚ ਮੁੱਢਲੀ ਜਾਣਕਾਰੀ ਖੇਡ ਨੀਤੀ ਦੇ ਬਾਰੇ, ਇਸ ਤੋਂ ਇਲਾਵਾ ਅਧਿਆਇ 6 ਦਾ ਅਨੁਲਗ 3 ਵਿੱਤੀ ਸਹਾਇਤਾ ਦੇ ਬਾਰੇ ਮਹੱਤਵਪੂਰਨ ਨੋਟ ਤੁਹਾਨੂੰ ਇਸ ਵੀਡੀਓ ਦੇ ਲਾਸਟ ਤੇ। ਸੋ ਵੀਡੀਓ ਬਿਨਾਂ ਸਕਿਪ ਕੀਤੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਣਾ ਤਾਂ ਕਿ ਤੁਹਾਨੂੰ ਵਿੱਤੀ ਸਹਾਇਤਾ ਜਿਹੜੀ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਉਹਦੀ ਪੂਰੀ ਜਾਣਕਾਰੀ ਮਿਲ ਸਕੇ। ਕਿਹੜੇ ਟੂਰਨਾਮੈਂਟ, ਕਿਹੜੀ ਚੈਂਪੀਅਨਸ਼ਿਪ, ਕਿਹੜੇ ਵਰਲਡ ਕੱਪ ਔਰ ਕਿਹੜੀ ਲੀਗ ਨੂੰ ਜਿੱਤਣ ਤੋਂ ਬਾਅਦ, ਮੈਡਲ ਜਿੱਤਣ ਤੋਂ ਬਾਅਦ ਕਿੰਨੀ ਰਾਸ਼ੀ ਹੈ ਜਿਹੜੀ ਨਗਦ ਪੁਰਸਕਾਰ ਵਗੈਰਾ ਦਿੱਤੇ ਜਾਣਗੇ ਪੰਜਾਬ ਸਰਕਾਰ ਦੇ ਵੱਲੋਂ। ਔਰ ਕੋਚ ਸਾਹਿਬਾਨਾਂ ਨੂੰ ਜਾਂ ਖਿਡਾਰੀਆਂ ਨੂੰ ਹੋਰ ਕਿਹੜੇ ਜਿਹੜੇ ਇਨਾਮ ਨੇ ਜਾਂ ਅਵਾਰਡ ਨੇ ਉਹ ਸ਼ੁਰੂ ਕੀਤੇ ਗਏ ਨੇ, ਅਵਾਰਡ ਦਿੱਤੇ ਜਾਣਗੇ, ਕਿੰਨਾ ਅਵਾਰਡ ਮਿਲੇਗਾ, ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ। ਇਸ ਤੋਂ ਇਲਾਵਾ ਪੈਨਸ਼ਨ ਸਕੀਮ ਦੇ ਬਾਰੇ ਵੀ, ਖਿਡਾਰੀਆਂ ਦੇ ਲਈ ਪੈਨਸ਼ਨ ਸਕੀਮ ਜਿਹੜੀ ਚਾਲੂ ਕੀਤੀ ਜਾ ਰਹੀ ਹੈ ਉਹ ਇਸ ਦੇ ਵਿੱਚ ਖੇਡ ਨੀਤੀ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ, ਉਹ ਵੀ ਤੁਹਾਨੂੰ ਜਾਣਕਾਰੀ ਪੂਰੀ ਵੀਡੀਓ ਦੇ ਵਿੱਚ ਮਿਲੇਗੀ। ਥੋੜ੍ਹੀ ਲੰਬੀ ਹੋ ਸਕਦੀ ਹੈ ਵੀਡੀਓ, 20 ਤੋਂ 25 ਮਿੰਟ ਤੱਕ ਦੀ, ਬਟ ਇੱਕ ਜਿਹੜਾ ਟੌਪਿਕ, ਇੱਕ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਕਿ ਕਿੰਨੀ ਵਿੱਤੀ ਸਹਾਇਤਾ ਜਿਹੜੀ ਕਦੋਂ ਕਿਹੜੇ ਖਿਡਾਰੀ ਨੂੰ ਮਿਲ ਸਕਦੀ ਹੈ, ਕਿਹੜਾ ਖਿਡਾਰੀ ਹੈ ਜਿਹੜਾ ਯੋਗ ਹੈ ਉਹ ਵਿੱਤੀ ਸਹਾਇਤਾ ਲੈਣ ਦੇ ਲਈ। ਸੋ ਮੁੱਢਲੀ ਜਾਣਕਾਰੀ ਵਿੱਚ ਤੁਹਾਨੂੰ ਦੱਸ ਦਈਏ ਕਿ ਖੇਡ ਨੀਤੀ 2018 ਵਿੱਚ ਸੋਧ ਕਰਦੇ ਹੋਏ ਪੰਜਾਬ ਦੇ ਖੇਡ ਵਿਭਾਗ ਦੇ ਵੱਲੋਂ ਨਵੀਂ ਖੇਡ ਨੀਤੀ 2023 ਜਾਰੀ ਕੀਤੀ ਗਈ ਹੈ। ਸੋ ਇਸ ਵੀਡੀਓ ਰਾਹੀਂ ਅਧਿਆਇ 6 ਦੇ ਅਨੁਲਗ 3 ਫਾਈਨੈਂਸ਼ੀਅਲ ਅਸਿਸਟੈਂਸ, ਵਿੱਤੀ ਸਹਾਇਤਾ ਦੇ ਬਾਰੇ ਜਾਣਕਾਰੀ ਵਿਸਥਾਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਬਿਨਾਂ ਕਿਸੇ ਦੇਰੀ ਤੋਂ ਤੁਹਾਨੂੰ ਲੈ ਕੇ ਚੱਲਦੇ ਹਾਂ ਵਿੱਤੀ ਸਹਾਇਤਾ ਅਨੁਲਗ 3 ਦੇ ਵੱਲ। ਅਨੁਲਗ 3 ਦੇ ਵਿੱਚ ਇਸ ਖੇਡ ਨੀਤੀ ਦਾ ਜਿਹੜਾ ਡਾਕੂਮੈਂਟ ਅਪਲੋਡ ਕੀਤਾ ਗਿਆ PDF ਫਾਰਮੈਟ ਦੇ ਵਿੱਚ, ਉਹਦੇ 'ਚ ਲਿਖਿਆ ਕਿ ਵੱਖ-ਵੱਖ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਅਤੇ ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਵੱਲੋਂ ਮੈਡਲ ਜਿੱਤਣਾ ਖਿਡਾਰੀਆਂ ਦੀ ਸਖਤ ਮਿਹਨਤ ਅਤੇ ਧਿਆਨ ਦਾ ਨਤੀਜਾ ਹੈ। ਰਾਜ ਸਰਕਾਰ ਉਹਨਾਂ ਨੂੰ ਨਗਦ ਪੁਰਸਕਾਰ ਪ੍ਰਦਾਨ ਕਰੇਗੀ। ਅਨੁਲਗ 3 ਦਾ ਵੀਡੀਓ ਜਿਹੜਾ ਹੈ ਅਗਲੇ ਹਿੱਸੇ ਵਿੱਚ ਵੀਡੀਓ ਦੇ ਆਪਾਂ ਵਿਸਥਾਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਕਾਲਮ ਵਾਈਜ਼ ਇੱਥੇ ਟੌਪਿਕਸ ਇੱਥੇ ਲਿਖੇ ਹੈ, ਅਲੱਗ-ਅਲੱਗ ਹੈਡਿੰਗਸ ਹੈ। ਸਭ ਤੋਂ ਪਹਿਲਾਂ ਸੀਰੀਅਲ ਨੰਬਰ 1 2 3 ਇੱਧਰ, ਫਿਰ ਟੂਰਨਾਮੈਂਟ, ਕਿਹੜਾ ਟੂਰਨਾਮੈਂਟ ਹੈ ਜਿਹੜਾ ਉਹ ਮੈਂਸ਼ਨ ਕੀਤਾ ਗਿਆ ਇੱਥੇ, ਜਾਂ ਚੈਂਪੀਅਨਸ਼ਿਪ ਕੀ ਹੈ ਉਹਦਾ ਨਾਂ। ਉਸ ਤੋਂ ਬਾਅਦ ਮੈਡਲ ਕਿਹੜਾ ਜੇਤੂ ਹੈ। ਉਸ ਤੋਂ ਬਾਅਦ ਅਮਾਊਂਟ ਆਫ ਕੈਸ਼ ਅਵਾਰਡ ਇਨ ਰੁਪੀਜ਼, ਰੁਪਇਆਂ ਦੇ ਵਿੱਚ ਕੈਸ਼ ਅਵਾਰਡ, ਨਗਦ ਇਨਾਮ ਕਿੰਨਾ ਦਿੱਤਾ ਜਾਣਾ ਪੰਜਾਬ ਸਰਕਾਰ ਦੇ ਵੱਲੋਂ। ਸੋ ਸਭ ਤੋਂ ਪਹਿਲਾਂ 1 ਨੰਬਰ 'ਤੇ ਹੈ ਓਲੰਪਿਕ ਪੈਰਾਓਲੰਪਿਕ ਗੇਮਸ ਹੈਲਡ ਵਨਸ ਇਨ 4 ਈਅਰਸ, ਕਿ 4 ਸਾਲਾਂ ਦੇ ਵਿੱਚ ਇੱਕ ਵਾਰ ਹੋਣ ਵਾਲੀਆਂ ਓਲੰਪਿਕ ਗੇਮਸ ਜਾਂ ਪੈਰਾਓਲੰਪਿਕ ਗੇਮਸ ਨੇ ਜਿਹੜੀਆਂ, ਉਹਨਾਂ ਗੇਮਾਂ ਦੇ ਵਿੱਚੋਂ ਜੇ ਕੋਈ ਖਿਡਾਰੀ ਗੋਲਡ ਵਿਨਰ ਹੈ ਜਾਂ ਟੀਮ ਗੋਲਡ ਵਿਨਰ ਹੈ ਤਾਂ ਉਹਨਾਂ ਨੂੰ ਨਗਦ ਇਨਾਮ ਹੈ ਜਿਹੜਾ ਸਭ ਤੋਂ ਵੱਧ ਨਗਦ ਇਨਾਮ ਇਹਦੇ 'ਚ ਮਿਲਦਾ ਹੈ 3 ਕਰੋੜ ਰੁਪਏ। ਪਿਛਲੀ ਵਾਰ ਪਹਿਲਾਂ ਇਹ 2 ਕਰੋੜ 75 ਲੱਖ ਸੀ, 2 ਕਰੋੜ 25 ਲੱਖ ਸੀ, ਤਾਂ ਫਿਰ 75 ਲੱਖ ਰੁਪਏ ਜਿਹੜਾ ਵਧਾਇਆ ਗਿਆ, 3 ਕਰੋੜ ਕਰ ਦਿੱਤਾ ਗਿਆ ਗੋਲਡ ਵਿਨਰ ਦੇ ਲਈ। ਸਿਲਵਰ ਵਿਨਰ ਦੇ ਲਈ ਇਹ 2 ਕਰੋੜ ਕੀਤਾ ਗਿਆ ਇਨਾਮ ਹੈ ਜਿਹੜਾ। ਸਿਲਵਰ ਮੈਡਲ ਜਿਹੜੇ ਜੇਤੂ ਖਿਡਾਰੀ ਹੋਣਗੇ ਉਹਨਾਂ ਲਈ 2 ਕਰੋੜ ਓਲੰਪਿਕ ਜਾਂ ਪੈਰਾਓਲੰਪਿਕ ਗੇਮਸ ਦੇ ਵਿੱਚੋਂ ਜਿੱਤਣ ਵਾਲੇ ਨੂੰ। ਬ੍ਰੌਂਜ ਦੇ ਲਈ 1 ਕਰੋੜ। ਔਰ ਪਾਰਟੀਸਪੇਸ਼ਨ ਹੈ ਜੇ ਕਿਸੇ ਖਿਡਾਰੀ ਦੀ ਜਾਂ ਟੀਮ ਦੀ, ਤਾਂ ਪਾਰਟੀਸਪੇਸ਼ਨ 'ਤੇ ਵੀ ਇਸ ਵਾਰੀ ਓਲੰਪਿਕ ਦੀ ਪਾਰਟੀਸਪੇਸ਼ਨ ਦੇ ਲਈ ਕੁੱਲ 15 ਲੱਖ ਰੁਪਏ ਜਿਹੜਾ ਹੈ ਉਹ ਨਗਦ ਇਨਾਮ ਹੈ ਜਿਹੜਾ ਰੱਖਿਆ ਗਿਆ। ਉਸ ਤੋਂ ਬਾਅਦ 2 ਨੰਬਰ ਸੀਰੀਅਲ 'ਤੇ ਹੈ ਅਫੀਸ਼ੀਅਲ ਵਰਲਡ ਕੱਪ ਚੈਂਪੀਅਨਸ਼ਿਪ ਹੈਲਡ ਐਵਰੀ 4 ਈਅਰਸ, ਹਰ 4 ਸਾਲਾਂ ਬਾਅਦ ਹੋਣ ਵਾਲਾ ਕੋਈ ਵੀ ਅਫੀਸ਼ੀਅਲ ਵਰਲਡ ਕੱਪ ਜਾਂ ਚੈਂਪੀਅਨਸ਼ਿਪ। ਇਹਦੇ ਵਿੱਚੋਂ ਗੋਲਡ ਵਿਨਰ ਨੂੰ 1.5 ਕਰੋੜ ਰੁਪਏ ਔਰ ਸਿਲਵਰ ਵਿਨਰ ਨੂੰ 75 ਲੱਖ ਰੁਪਏ, ਬ੍ਰੌਂਜ ਵਿਨਰ ਨੂੰ 50 ਲੱਖ ਰੁਪਏ ਔਰ ਪਾਰਟੀਸਪੇਸ਼ਨ ਦੇ ਲਈ 10 ਲੱਖ ਰੁਪਏ ਦੀ ਜਿਹੜੀ ਨਗਦ ਰਾਸ਼ੀ ਹੈ ਉਹ ਇਨਾਮ ਵਜੋਂ ਨਗਦ ਅਵਾਰਡ ਦੇ ਰੂਪ ਦੇ ਵਿੱਚ ਨਗਦ ਦਿੱਤੀ ਜਾਏਗੀ। ਏਸ਼ੀਅਨ ਪੈਰਾ ਏਸ਼ੀਅਨ ਗੇਮਸ ਨੇ ਜਿਹੜੀਆਂ, ਜੇ ਇਹਨਾਂ ਗੇਮਸ ਦੇ ਵਿੱਚ ਕੋਈ ਖਿਡਾਰੀ ਹੈ ਜਿਹੜੇ ਜਾਂ ਟੀਮਸ ਹੈ ਗੋਲਡ, ਸਿਲਵਰ ਅਤੇ ਬ੍ਰੌਂਜ ਜਿੱਤਿਆ ਤਾਂ ਉਹਨਾਂ ਨੂੰ ਕ੍ਰਮਵਾਰ ਸਭ ਤੋਂ ਪਹਿਲੇ ਗੋਲਡ ਵਾਲਿਆਂ ਨੂੰ 1 ਕਰੋੜ ਰੁਪਏ, ਦੂਸਰੇ ਸਿਲਵਰ ਵਾਲਿਆਂ ਨੂੰ 75 ਲੱਖ ਰੁਪਏ, ਥਰਡ ਬ੍ਰੌਂਜ ਵਾਲਿਆਂ ਨੂੰ 50 ਲੱਖ ਰੁਪਏ ਨਗਦ ਇਨਾਮ ਏਸ਼ੀਅਨ ਪੈਰਾ ਏਸ਼ੀਅਨ ਗੇਮਸ ਦੇ ਵਿੱਚ ਜਿਹੜੀਆਂ 4 ਸਾਲਾਂ ਦੇ ਵਿੱਚ ਇੱਕ ਵਾਰ ਕਰਵਾਈਆਂ ਜਾਂਦੀਆਂ ਇਹਨਾਂ ਦੇ ਵਿੱਚ ਮਿਲੇਗਾ। ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਚੱਲਦੀ ਵੀਡੀਓ ਦੇ ਵਿੱਚ। ਇਸ ਤੋਂ ਬਾਅਦ
ਤੁਹਾਨੂੰ ਦੱਸ ਦਈਏ ਚੌਥੇ ਨੰਬਰ ਤੇ ਹੈ ਕਾਮਨਵੈਲਥ ਗੇਮਸ, ਪੈਰਾ ਕਾਮਨਵੈਲਥ ਗੇਮਸ 4 ਸਾਲਾਂ ਦੇ ਵਿੱਚ ਹੋਣ ਵਾਲੀਆਂ ਨੇ, ਜਿਹੜੀਆਂ 4 ਸਾਲ ਦੇ ਵਿੱਚ ਇੱਕ ਵਾਰ ਹੁੰਦੀਆਂ। ਗੋਲਡ ਵਿਨਰ ਨੂੰ 75 ਲੱਖ ਰੁਪਏ, ਸਿਲਵਰ ਵਿਨਰ ਨੂੰ 50 ਲੱਖ ਰੁਪਏ, ਬ੍ਰੌਂਜ ਵਿਨਰ ਨੂੰ 40 ਲੱਖ ਰੁਪਏ ਕਾਮਨਵੈਲਥ ਗੇਮਸ ਦੇ ਵਿੱਚ ਜਾਂ ਪੈਰਾ ਕਾਮਨਵੈਲਥ ਗੇਮਸ ਦੇ ਵਿੱਚ ਜੇਤੂ ਖਿਡਾਰੀਆਂ ਨੂੰ। SAF ਸਾਊਥ ਏਸ਼ੀਅਨ ਫੈਡਰੇਸ਼ਨ ਗੇਮਸ ਜਾਂ ਐਫਰੋ ਏਸ਼ੀਅਨ ਗੇਮਸ ਦੇ ਵਿੱਚ ਗੋਲਡ ਵਿਨਰ ਨੂੰ 7 ਲੱਖ ਰੁਪਏ, ਸਿਲਵਰ ਨੂੰ 5 ਲੱਖ ਰੁਪਏ, ਬ੍ਰੌਂਜ ਨੂੰ 3 ਲੱਖ ਰੁਪਏ ਨਗਦ ਇਨਾਮ ਮਿਲੇਗਾ। ਵਰਲਡ ਯੂਨੀਵਰਸਿਟੀ ਗੇਮਸ ਜਾਂ ਚੈਂਪੀਅਨਸ਼ਿਪ, ਜਿਹੜੀ ਵਰਲਡ ਯੂਨੀਵਰਸਿਟੀ ਗੇਮਸ ਨੇ ਜਾਂ ਚੈਂਪੀਅਨਸ਼ਿਪਸ ਕਰਵਾਈਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚੋਂ ਗੋਲਡ ਵਿਨਰ ਨੂੰ 7 ਲੱਖ ਰੁਪਏ, ਸਿਲਵਰ ਨੂੰ 5 ਲੱਖ ਰੁਪਏ, ਬ੍ਰੌਂਜ ਨੂੰ 3 ਲੱਖ ਰੁਪਏ ਨਗਦ ਇਨਾਮ ਇਸ ਖੇਡ ਨੀਤੀ ਦੇ ਤਹਿਤ ਰੱਖਿਆ ਗਿਆ। 7ਵੇਂ ਨੰਬਰ 'ਤੇ ਹੈ ਨੈਸ਼ਨਲ ਗੇਮਸ, ਪੈਰਾ ਨੈਸ਼ਨਲ ਗੇਮਸ। ਨੈਸ਼ਨਲ ਜਾਂ ਪੈਰਾ ਨੈਸ਼ਨਲ ਗੇਮਸ ਦੇ ਵਿੱਚ ਗੋਲਡ ਵਿਨਰ ਦੇ ਲਈ 5 ਲੱਖ, ਸਿਲਵਰ ਦੇ ਲਈ 3 ਲੱਖ, ਬ੍ਰੌਂਜ ਦੇ ਲਈ 2 ਲੱਖ ਦਾ ਨਗਦ ਇਨਾਮ ਜਿਹੜਾ ਰੱਖਿਆ ਗਿਆ। ਇਸ ਤੋਂ ਅਗਲਾ ਜਿਹੜਾ ਹੈ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪਸ ਆਰਗੇਨਾਈਜ਼ਡ ਬਾਈ ਨੈਸ਼ਨਲ ਸਪੋਰਟਸ ਬਾਡੀਜ਼ ਵਨਸ ਇਨ ਅ ਈਅਰ। ਇੱਕ ਸਾਲ ਦੇ ਵਿੱਚ ਇੱਕ ਵਾਰ ਕਰਵਾਈਆਂ ਜਾਣ ਵਾਲੀਆਂ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪਸ ਨੇ ਜਿਹੜੀਆਂ ਕਿ ਨੈਸ਼ਨਲ ਸਪੋਰਟਸ ਬਾਡੀ ਦੁਆਰਾ ਆਰਗੇਨਾਈਜ਼ ਕੀਤੀਆਂ ਜਾਂਦੀਆਂ ਨੇ। ਗੋਲਡ ਜੇਤੂ ਦੇ ਲਈ 1 ਲੱਖ, ਸਿਲਵਰ ਦੇ ਲਈ 75,000 ਅਤੇ ਬ੍ਰੌਂਜ ਦੇ ਲਈ 50,000 ਰੁਪਏ ਨਗਦ ਇਨਾਮ ਹੈ। ਅਗਲਾ ਹੈ ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟ, ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਚੈਂਪੀਅਨਸ਼ਿਪ ਐਂਡ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ। ਇਹਨਾਂ ਦੇ ਵਿੱਚੋਂ ਗੋਲਡ ਵਿਨਰ ਦੇ ਲਈ 1 ਲੱਖ ਰੁਪਏ, ਸਿਲਵਰ ਦੇ ਲਈ 75,000, ਬ੍ਰੌਂਜ ਵਿਨਰ ਦੇ ਲਈ 50,000 ਰੁਪਏ ਨਗਦ ਇਨਾਮ ਹੈ। ਅਗਲਾ ਹੈ ਨੈਸ਼ਨਲ ਸਕੂਲ ਗੇਮਸ, ਨੈਸ਼ਨਲ ਸਕੂਲ ਗੇਮਸ ਜਾਂ ਖੇਲੋ ਇੰਡੀਆ ਸਕੂਲ ਗੇਮਸ ਜਾਂ ਖੇਲੋ ਇੰਡੀਆ ਯੂਥ ਗੇਮਸ ਦੇ ਵਿੱਚੋਂ ਗੋਲਡ ਵਿਨਰ ਦੇ ਲਈ 75,000, ਸਿਲਵਰ ਵਿਨਰ ਦੇ ਲਈ 50,000 ਔਰ ਬ੍ਰੌਂਜ ਮੈਡਲ ਵਿਨਰ ਦੇ ਲਈ 30,000 ਰੁਪਏ ਨਗਦ ਇਨਾਮ ਇਸ ਖੇਡ ਨੀਤੀ ਦੇ ਤਹਿਤ ਰੱਖਿਆ ਗਿਆ। ਉਸ ਤੋਂ ਅਗਲਾ ਹੈ ਨੈਸ਼ਨਲ ਵੂਮਨ ਸਪੋਰਟਸ ਫੈਸਟੀਵਲ ਜਾਂ ਨੈਸ਼ਨਲ ਲੈਵਲ ਖੇਲੋ ਇੰਡੀਆ ਟੂਰਨਾਮੈਂਟ ਦੇ ਵਿੱਚ ਗੋਲਡ ਵਿਨਰ ਦੇ ਲਈ 50,000, ਸਿਲਵਰ ਦੇ ਲਈ 30,000 ਔਰ ਹਰ ਬ੍ਰੌਂਜ ਮੈਡਲ ਦੇ ਲਈ 20,000 ਰੁਪਏ ਨਗਦ ਇਨਾਮ ਰੱਖਿਆ ਗਿਆ। ਅਗਲਾ ਹੈ ਸਟੇਟ ਗੇਮਸ ਆਰਗੇਨਾਈਜ਼ਡ ਬਾਈ ਡਿਪਾਰਟਮੈਂਟ ਆਫ ਸਪੋਰਟਸ। ਕੋਈ ਵੀ ਸਟੇਟ ਗੇਮਸ ਜਿਹੜੀਆਂ ਡਿਪਾਰਟਮੈਂਟ ਦੁਆਰਾ ਆਰਗੇਨਾਈਜ਼ ਕੀਤੀਆਂ ਜਾਂਦੀਆਂ ਨੇ, ਆਯੋਜਨ ਜਿਨ੍ਹਾਂ ਦਾ ਖੇਡ ਵਿਭਾਗ ਦੇ ਵੱਲੋਂ ਕੀਤਾ ਜਾਂਦਾ ਹੈ ਜਾਂ ਗਵਰਨਮੈਂਟ ਆਫ ਪੰਜਾਬ ਦੇ ਵੱਲੋਂ ਕੀਤਾ ਜਾਂਦਾ, ਉਹਦੇ 'ਚ ਗੋਲਡ ਜਿਹੜੇ ਵਿਨਰ ਖਿਡਾਰੀ ਹੋਣਗੇ ਜਾਂ ਟੀਮਸ ਹੋਣਗੀਆਂ ਉਹਨਾਂ ਨੂੰ 10,000 ਰੁਪਏ, ਸਿਲਵਰ ਦੇ ਲਈ 7,000 ਔਰ ਬ੍ਰੌਂਜ ਦੇ ਲਈ 5,000। ਜਿਵੇਂ ਕਿ ਪਿਛਲੇ ਸਾਲ ਵੀ ਖੇਡ ਮੇਲਾ ਕਰਵਾਇਆ ਗਿਆ ਸੀ ਖੇਡਾਂ ਵਤਨ ਪੰਜਾਬ ਦੀਆਂ, ਤਾਂ ਇਸ ਵਾਰ ਵੀ 2023 ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਆਰਗੇਨਾਈਜ਼ ਕੀਤੀਆਂ ਜਾ ਰਹੀਆਂ ਡਿਪਾਰਟਮੈਂਟ ਆਫ ਸਪੋਰਟਸ ਦੇ ਵੱਲੋਂ। ਸੋ ਉਹਦੇ ਤਹਿਤ ਇਸ ਸਕੀਮ ਵਾਲੀ ਜਿਹੜੀ ਹੈ ਗੋਲਡ, ਸਿਲਵਰ ਅਤੇ ਬ੍ਰੌਂਜ ਦੇ ਲਈ ਕ੍ਰਮਵਾਰ 10,000, 7,000 ਅਤੇ 5,000 ਦੀ ਰਾਸ਼ੀ ਜਿਹੜੀ ਨਗਦ ਉਹ ਮਿਲਣਯੋਗ ਹੋਵੇਗੀ ਜੇਤੂ ਖਿਡਾਰੀਆਂ ਨੂੰ ਜਾਂ ਟੀਮਾਂ ਨੂੰ। ਅਗਲਾ ਹੈ ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਗੇਮਸ ਆਰਗੇਨਾਈਜ਼ਡ ਬਾਈ ਦਾ ਡਿਪਾਰਟਮੈਂਟ ਆਫ ਸਪੋਰਟਸ, ਗਵਰਨਮੈਂਟ ਆਫ ਪੰਜਾਬ ਇਨ ਪਾਰਟਨਰਸ਼ਿਪ ਵਿਦ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ, ਮੈਡੀਕਲ ਐਜੂਕੇਸ਼ਨ, ਟੈਕਨੀਕਲ ਐਜੂਕੇਸ਼ਨ। ਸੋ ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਗੇਮਸ ਕੋਈ ਵੀ ਜਿਹੜੀਆਂ ਸਪੋਰਟਸ ਡਿਪਾਰਟਮੈਂਟ ਦੇ ਵੱਲੋਂ ਜਾਂ ਗਵਰਨਮੈਂਟ ਆਫ ਪੰਜਾਬ ਦੇ ਵੱਲੋਂ ਹਾਇਰ ਐਜੂਕੇਸ਼ਨ, ਮੈਡੀਕਲ ਐਜੂਕੇਸ਼ਨ ਔਰ ਟੈਕਨੀਕਲ ਐਜੂਕੇਸ਼ਨ ਦੇ ਨਾਲ ਤਾਲਮੇਲ ਦੇ ਨਾਲ ਔਰ ਪਾਰਟਨਰਸ਼ਿਪ ਦੇ ਵਿੱਚ ਕਰਵਾਈਆਂ ਜਾਂਦੀਆਂ ਨੇ, ਉਹਨਾਂ ਦੇ ਲਈ ਗੋਲਡ ਵਿਨਰ 10,000, ਸਿਲਵਰ ਵਿਨਰ 7,000 ਅਤੇ ਬ੍ਰੌਂਜ ਵਿਨਰ 5,000 ਨਗਦ ਇਨਾਮ ਮਿਲ ਜਾਵੇਗਾ। ਸੋ ਅਗਲਾ ਇੱਥੇ ਖੇਡ ਨੀਤੀ ਦੇ ਵਿੱਚ ਲਿਖਿਆ ਹੈ ਕਿ ਅਪਾਰਟ ਫਰੋਮ ਦ ਟੂਰਨਾਮੈਂਟਸ ਚੈਂਪੀਅਨਸ਼ਿਪਸ ਵਿਚ ਵਰ ਇਨਕਲੂਡਡ ਇਨ ਦ ਸਪੋਰਟਸ ਪਾਲਿਸੀ 2018 of the sports department for giving cash awards, the following tournaments championships are also proposed to be included in the new sports policy for giving cash awards as follows। ਕਿ ਜਿਹੜੀਆਂ 2018 ਦੀ ਖੇਡ ਨੀਤੀ ਦੇ ਵਿੱਚ ਟੂਰਨਾਮੈਂਟ ਚੈਂਪੀਅਨਸ਼ਿਪਸ ਸ਼ਾਮਿਲ ਕੀਤੀਆਂ ਗਈਆਂ ਸੀ ਕੈਸ਼ ਅਵਾਰਡਸ ਦੇ ਲਈ, ਉਹਨਾਂ ਤੋਂ ਇਲਾਵਾ ਹੇਠ ਲਿਖੇ ਜਿਹੜੇ ਹੋਰ ਟੂਰਨਾਮੈਂਟਸ ਨੇ ਜਾਂ ਚੈਂਪੀਅਨਸ਼ਿਪਸ ਨੇ ਇਹ ਵੀ ਪ੍ਰਪੋਜ਼ ਕੀਤੇ ਜਾਂਦੇ ਨੇ, ਤਜਵੀਜ਼ ਕੀਤੇ ਜਾਂਦੇ ਨੇ ਕਿ ਨਵੀਂ ਸਪੋਰਟਸ ਪਾਲਿਸੀ ਦੇ ਤਹਿਤ ਇਹਨਾਂ ਦੇ ਜੇਤੂ ਖਿਡਾਰੀਆਂ ਨੂੰ ਵੀ ਕੈਸ਼ ਅਵਾਰਡ ਆ ਜਿਹੜਾ ਦਿੱਤਾ ਜਾਵੇ। ਸੋ ਸਪੈਸ਼ਲ ਓਲੰਪਿਕ ਗੇਮਸ, ਡੀਫ ਓਲੰਪਿਕਸ ਹੈਲਡ ਵਨਸ ਇਨ 4 years, ਜਿਹੜੀ 4 ਸਾਲਾਂ ਦੇ ਵਿੱਚ ਇੱਕ ਵਾਰ ਕਰਵਾਈਆਂ ਜਾਂਦੀਆਂ ਸਪੈਸ਼ਲ ਓਲੰਪਿਕ ਗੇਮਸ ਜਾਂ ਡੀਫ ਓਲੰਪਿਕ। ਇਹਦੇ 'ਚ ਗੋਲਡ ਦੇ ਲਈ 75 ਲੱਖ, ਸਿਲਵਰ ਦੇ ਲਈ 50 ਲੱਖ ਔਰ ਬ੍ਰੌਂਜ ਦੇ ਲਈ 30 ਲੱਖ ਰੁਪਏ ਕੈਸ਼ ਮਨੀ ਹੈ ਜਿਹੜਾ ਉਹ ਦਿੱਤਾ ਜਾਏਗਾ ਅਵਾਰਡ ਦੇ ਰੂਪ ਦੇ ਵਿੱਚ। ਪਾਰਟੀਸਪੇਸ਼ਨ ਦੇ ਲਈ 10 ਲੱਖ ਰੁਪਇਆ ਕੈਸ਼ ਇਨਾਮ ਮਿਲੇਗਾ। ਜੇ ਪਾਰਟੀਸਪੇਸ਼ਨ ਹੈ ਕੋਈ ਮੈਡਲ ਨਹੀਂ ਜੇਤੂ ਤਾਂ ਪਾਰਟੀਸਪੇਸ਼ਨ ਦਾ ਵੀ 10 ਲੱਖ ਮਿਲੇਗਾ। ਉਸ ਤੋਂ ਬਾਅਦ ਹੈ ਪੈਰਾ ਵਰਲਡ ਗੇਮਸ, ਪੈਰਾਲੰਪਿਕ ਖਿਡਾਰੀਆਂ ਦੇ ਲਈ ਪੈਰਾ ਵਰਲਡ ਗੇਮਸ ਜਾਂ ਪੈਰਾ ਵਰਲਡ ਚੈਂਪੀਅਨਸ਼ਿਪਸ ਹੈਲਡ ਵਨਸ ਇਨ 4 years, 4 ਸਾਲਾਂ ਦੇ ਵਿੱਚ ਇੱਕ ਵਾਰ ਕਰਵਾਇਆ ਜਾਂਦਾ। ਇਹਦੇ 'ਚ ਵੀ ਗੋਲਡ, ਸਿਲਵਰ ਅਤੇ ਬ੍ਰੌਂਜ ਦੇ ਲਈ 75 ਲੱਖ, 50 ਲੱਖ ਅਤੇ 30 ਲੱਖ ਹੈ ਜਿਹੜਾ ਕਾਰਮਵਾਰ ਇਨਾਮ ਹੈ ਉਹ ਪੈਰਾ ਖਿਡਾਰੀਆਂ ਨੂੰ ਜਿਹੜਾ ਮਿਲੇਗਾ। ਸੋ ਅਗਲਾ ਹੈ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟਸ, ਥੋਮਸ ਕੱਪ, ਊਬਰ ਕੱਪ, BWF
Badminton World Federation World Tour Finals, Sultan Ajlan Shah Cup, Diamond League, and other prestigious and recognized tournaments organized by the international bodies. So gold ਦੇ ਲਈ 75 ਲੱਖ, ਸਿਲਵਰ ਦੇ ਲਈ 50 ਲੱਖ ਔਰ ਬ੍ਰੌਂਜ ਦੇ ਲਈ 40 ਲੱਖ ਰੁਪਏ ਦਾ ਜਿਹੜਾ ਨਗਦ ਇਨਾਮ ਹੈ ਕੈਸ਼ ਅਵਾਰਡ ਦਿੱਤਾ ਜਾਏਗਾ। ਅਗਲਾ ਹੈ ਡੀਫ ਵਰਲਡ ਗੇਮਸ ਚੈਂਪੀਅਨਸ਼ਿਪਸ ਬਲਾਈਂਡ ਡੀਫ ਕ੍ਰਿਕਟ ਵਰਲਡ ਕੱਪ ਹੈਲਡ ਵਨਸ ਇਨ 4 ਈਅਰਸ। ਸੋ 4 ਸਾਲਾਂ ਦੇ ਵਿੱਚ ਇੱਕ ਵਾਰ ਕਰਵਾਇਆ ਜਾਣ ਵਾਲਾ ਡੀਫ ਕ੍ਰਿਕਟ ਵਰਲਡ ਕੱਪ ਜਾਂ ਡੀਫ ਵਰਲਡ ਗੇਮਸ ਚੈਂਪੀਅਨਸ਼ਿਪਸ ਜਾਂ ਬਲਾਈਂਡ ਡੀਫ ਕ੍ਰਿਕਟ ਕੱਪ ਹੈ ਜਿਹੜਾ ਵਰਲਡ ਕੱਪ, ਇਹਦੇ ਲਈ ਗੋਲਡ ਜੇਤੂ ਖਿਡਾਰੀਆਂ ਦੇ ਲਈ 60 ਲੱਖ ਰੁਪਏ ਔਰ ਸਿਲਵਰ ਜੇਤੂ ਖਿਡਾਰੀਆਂ ਦੇ ਲਈ 40 ਲੱਖ ਅਤੇ ਬ੍ਰੌਂਜ ਖਿਡਾਰੀਆਂ ਦੇ ਲਈ 20 ਲੱਖ ਰੁਪਏ ਦਾ ਨਗਦ ਇਨਾਮ ਹੈ। ਉਸ ਤੋਂ ਅਗਲਾ ਹੈ IVSA ਵਰਲਡ ਗੇਮਸ, ਇਹਦੇ ਅੰਦਰ ਹੀ ਆਉਂਦਾ ਗੋਲਡ ਸਿਲਵਰ ਬ੍ਰੌਂਜ 60 ਲੱਖ 40 ਲੱਖ ਅਤੇ 20 ਲੱਖ। ਔਰ ਇਸ ਤੋਂ ਅਗਲਾ ਹੈ ਯੂਥ ਓਲੰਪਿਕ ਗੇਮਸ। ਯੂਥ ਓਲੰਪਿਕ ਗੇਮਸ ਦੇ ਵਿੱਚ ਗੋਲਡ ਦੇ ਲਈ 50 ਲੱਖ, ਸਿਲਵਰ ਦੇ ਲਈ 30 ਲੱਖ ਔਰ ਬ੍ਰੌਂਜ ਦੇ ਲਈ 20 ਲੱਖ ਰੁਪਏ ਨਗਦ ਇਨਾਮ ਹੈ। ਅਗਲਾ ਜਿਹੜਾ ਹਿੱਸਾ ਹੈ ਇਹਦੇ 'ਚ ਵਰਲਡ ਕੱਪ ਚੈਂਪੀਅਨਸ਼ਿਪ ਅਦਰ ਇੰਟਰਨੈਸ਼ਨਲੀ ਰਿਕੋਗਨਾਈਜ਼ਡ ਕੰਪੀਟੀਸ਼ਨਸ ਕੱਪਸ, ਪੈਰਾ ਵਰਲਡ ਕੱਪ, ਪੈਰਾ ਵਰਲਡ ਚੈਂਪੀਅਨਸ਼ਿਪ, ਰਿਕੋਗਨਾਈਜ਼ਡ ਪੈਰਾ ਕੱਪਸ, ਵਰਲਡ ਡੀਪ ਸਪੋਰਟਸ ਚੈਂਪੀਅਨਸ਼ਿਪਸ। ਇਹਨਾਂ ਦੇ ਲਈ ਗੋਲਡ ਦੇ ਲਈ 50 ਲੱਖ, ਸਿਲਵਰ ਦੇ ਲਈ 30 ਲੱਖ ਔਰ ਬ੍ਰੌਂਜ ਦੇ ਲਈ 20 ਲੱਖ ਰੁਪਏ ਨਗਦ ਇਨਾਮ ਰੱਖਿਆ ਗਿਆ। ਸਪੈਸ਼ਲ ਓਲੰਪਿਕਸ ਵਰਲਡ ਗੇਮਸ ਫॉर ਸਪੈਸ਼ਲੀ ਏਬਲਡ ਸਪੋਰਟਸ ਪਰਸਨ ਦੇ ਲਈ ਸਪੈਸ਼ਲ ਓਲੰਪਿਕਸ ਨੇ ਜਿਹੜੀਆਂ ਵਰਲਡ ਗੇਮਸ ਕਰਵਾਈਆਂ ਜਾਂਦੀਆਂ, ਉਹਨਾਂ ਦੇ ਵਿੱਚ ਗੋਲਡ 50 ਲੱਖ, ਸਿਲਵਰ 30 ਲੱਖ ਔਰ ਬ੍ਰੌਂਜ ਹੈ ਜਿਹੜਾ 20 ਲੱਖ ਰੁਪਏ ਨਗਦ ਇਨਾਮ। ਉਸ ਤੋਂ ਅਗਲਾ ਹੈ ਆਲ ਜੂਨੀਅਰ ਕੱਪ ਚੈਂਪੀਅਨਸ਼ਿਪਸ, ਹਰ ਤਰ੍ਹਾਂ ਦੇ ਜੂਨੀਅਰ ਵਰਲਡ ਕੱਪ ਚੈਂਪੀਅਨਸ਼ਿਪਸ ਅਦਰ ਇੰਟਰਨੈਸ਼ਨਲੀ ਰਿਕੋਗਨਾਈਜ਼ਡ ਜੂਨੀਅਰ ਕੰਪੀਟੀਸ਼ਨਸ ਕੱਪਸ, ਜੂਨੀਅਰ ਪੈਰਾ ਵਰਲਡ ਕੱਪਸ, ਜੂਨੀਅਰ ਪੈਰਾ ਵਰਲਡ ਚੈਂਪੀਅਨਸ਼ਿਪ, ਜੂਨੀਅਰ ਵਰਲਡ ਡੀਪ ਸਪੋਰਟਸ ਚੈਂਪੀਅਨਸ਼ਿਪਸ। ਇਹਨਾਂ ਦੇ ਵਿੱਚੋਂ ਗੋਲਡ ਜੇਤੂ ਖਿਡਾਰੀਆਂ ਦੇ ਲਈ 7 ਲੱਖ, ਸਿਲਵਰ ਦੇ ਲਈ 5 ਲੱਖ ਔਰ ਬ੍ਰੌਂਜ ਦੇ ਲਈ 3 ਲੱਖ ਰੁਪਏ ਦਾ ਜਿਹੜਾ ਨਗਦ ਇਨਾਮ ਰੱਖਿਆ ਗਿਆ ਇਸ ਖੇਡ ਨੀਤੀ ਦੇ ਅੰਦਰ। ਇਸ ਤੋਂ ਅਗਲਾ ਹੈ ਏਸ਼ੀਅਨ ਕਾਮਨਵੈਲਥ ਚੈਂਪੀਅਨਸ਼ਿਪਸ ਕੱਪ, ਡੀਫ ਕਾਮਨਵੈਲਥ ਐਂਡ ਏਸ਼ੀਅਨ ਸਪੋਰਟਸ ਚੈਂਪੀਅਨਸ਼ਿਪਸ। ਇਹਦੇ 'ਚ ਗੋਲਡ 5 ਲੱਖ, ਸਿਲਵਰ 3 ਲੱਖ ਅਤੇ ਬ੍ਰੌਂਜ 2 ਲੱਖ ਰੁਪਏ ਨਗਦ ਇਨਾਮ। ਅਗਲਾ ਹੈ ਯੂਥ ਕਾਮਨਵੈਲਥ ਗੇਮਸ, ਵਰਲਡ ਜੂਨੀਅਰ ਚੈਂਪੀਅਨਸ਼ਿਪਸ ਗੇਮਸ, ਏਸ਼ੀਅਨ ਯੂਥ ਡੀਫ ਪੈਰਾ ਸਪੋਰਟਸ ਚੈਂਪੀਅਨਸ਼ਿਪਸ, ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪਸ। ਇਹਦੇ 'ਚ ਕ੍ਰਮਵਾਰ ਗੋਲਡ, ਸਿਲਵਰ ਅਤੇ ਬ੍ਰੌਂਜ ਦੇ ਲਈ 3 ਲੱਖ, 2 ਲੱਖ ਅਤੇ 1 ਲੱਖ ਰੁਪਏ ਦਾ ਨਗਦ ਇਨਾਮ ਰੱਖਿਆ ਗਿਆ। ਅਗਲਾ ਹੈ ਵਰਲਡ ਕੱਪ, ਵਰਲਡ ਚੈਂਪੀਅਨਸ਼ਿਪ, ਪੈਰਾ ਵਰਲਡ ਗੇਮਸ, ਪੈਰਾ ਵਰਲਡ ਚੈਂਪੀਅਨਸ਼ਿਪ, ਵਰਲਡ ਡੀਪ ਸਪੋਰਟਸ ਚੈਂਪੀਅਨਸ਼ਿਪਸ। ਇਹਦੇ 'ਚ ਗੋਲਡ 2 ਲੱਖ, ਸਿਲਵਰ 1.5 ਲੱਖ ਔਰ ਬ੍ਰੌਂਜ 1 ਲੱਖ ਰੁਪਏ ਦਾ ਨਗਦ ਇਨਾਮ ਰੱਖਿਆ ਗਿਆ। ਇਸ ਤੋਂ ਅਗਲਾ ਹੈ ਵਰਲਡ ਕੱਪ ਚੈਂਪੀਅਨਸ਼ਿਪ, ਪੈਰਾ ਵਰਲਡ ਕੱਪ ਚੈਂਪੀਅਨਸ਼ਿਪਸ ਡੀਫ ਗੇਮਸ 2 ਔਰ ਮੋਰ ਟਾਈਮਸ ਇਨ ਅ ਈਅਰ, 2 ਵਾਰ ਜਾਂ ਇਸ ਤੋਂ ਜ਼ਿਆਦਾ ਟਾਈਮ ਦੇ ਵਿੱਚ ਸਮੇਂ ਦੇ ਲਈ ਕਰਵਾਈ ਜਾਂਦੀ ਹੈ ਇੱਕ ਸਾਲ ਦੇ ਵਿੱਚ। SAF ਗੇਮਸ, ਸਾਊਥ ਏਸ਼ੀਅਨ ਫੈਡਰੇਸ਼ਨ ਗੇਮਸ ਔਰ SAFF ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਚੈਂਪੀਅਨਸ਼ਿਪ, ਐਫਰੋ ਏਸ਼ੀਅਨ ਗੇਮਸ। ਇਹਨਾਂ ਦੇ ਵਿੱਚੋਂ ਗੋਲਡ ਮੈਡਲ ਦੇ ਲਈ 2 ਲੱਖ, ਸਿਲਵਰ ਮੈਡਲ ਦੇ ਲਈ 1.5 ਲੱਖ ਔਰ ਬ੍ਰੌਂਜ ਮੈਡਲ ਦੇ ਲਈ 1 ਲੱਖ ਰੁਪਏ ਦਾ ਨਗਦ ਇਨਾਮ ਰੱਖਿਆ ਗਿਆ। ਅਗਲਾ ਹੈ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪਸ, ਪੈਰਾ ਡੀਫ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪਸ ਆਰਗੇਨਾਈਜ਼ਡ ਬਾਈ ਨੈਸ਼ਨਲ ਸਪੋਰਟਸ ਬਾਡੀਜ਼ ਵਨਸ ਇਨ ਅ ਈਅਰ। ਇੱਕ ਸਾਲ ਦੇ ਵਿੱਚ ਇੱਕ ਵਾਰ ਨੈਸ਼ਨਲ ਸਪੋਰਟਸ ਬਾਡੀਜ਼ ਦੁਆਰਾ ਜਿਹੜੀਆਂ ਇਹ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪਸ ਨੇ ਜਾਂ ਪੈਰਾ ਡੀਫ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪਸ ਨੇ ਇਹ ਕਰਵਾਈਆਂ ਜਾਂਦੀਆਂ। ਇਹਨਾਂ ਦੇ ਵਿੱਚੋਂ ਗੋਲਡ ਦੇ ਲਈ 1 ਲੱਖ ਰੁਪਏ, ਸਿਲਵਰ ਮੈਡਲ ਵਿਨਰ ਦੇ ਲਈ 75,000 ਰੁਪਏ ਔਰ ਬ੍ਰੌਂਜ ਮੈਡਲ ਦੇ ਲਈ 50,000 ਰੁਪਏ ਦੀ ਨਗਦ ਇਨਾਮ ਰੱਖਿਆ ਗਿਆ। ਨੈਸ਼ਨਲ ਗੇਮਸ ਫॉर ਦ ਮੈਂਟਲੀ ਚੈਲੰਜਡ, ਜਿਹੜੇ ਮੈਂਟਲੀ ਚੈਲੰਜਡ ਸਪੋਰਟਸ ਪਰਸਨ ਨੇ, ਨੈਸ਼ਨਲ ਗੇਮਸ ਦੇ ਵਿੱਚੋਂ ਗੋਲਡ ਮੈਡਲ ਜਿੱਤਣ 'ਤੇ 75,000, ਸਿਲਵਰ ਜਿੱਤਣ 'ਤੇ 50,000 ਔਰ ਬ੍ਰੌਂਜ ਜਿੱਤਣ 'ਤੇ 30,000 ਰੁਪਏ ਦਾ ਨਗਦ ਇਨਾਮ ਹੈ ਜਿਹੜਾ ਉਹ ਮਿਲਣਯੋਗ ਹੋਵੇਗਾ। ਸੋ ਅਗਲਾ ਹੈ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪਸ ਆਰਗੇਨਾਈਜ਼ਡ ਬਾਈ ਨੈਸ਼ਨਲ ਸਪੋਰਟਸ ਬਾਡੀਜ਼ ਵਨਸ ਇਨ ਅ ਈਅਰ, ਸਾਲ ਦੇ ਵਿੱਚ ਇੱਕ ਵਾਰ ਕਰਵਾਇਆ ਜਾਣ ਵਾਲਾ। ਗੋਲਡ 50,000, ਸਿਲਵਰ 30,000, ਬ੍ਰੌਂਜ 20,000। ਔਰ ਲਾਸਟ ਹੈ ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਕੰਪੀਟੀਸ਼ਨਸ। ਪੰਜਾਬ ਦੇ ਵਿੱਚ ਇੰਟਰ ਯੂਨੀਵਰਸਿਟੀ ਟੂਰਨਾਮੈਂਟਸ ਨੇ ਜਿਹੜੇ, ਉਹਨਾਂ ਦੇ ਵਿੱਚੋਂ ਜੇਤੂ ਖਿਡਾਰੀਆਂ ਨੂੰ ਗੋਲਡ ਵਾਲਿਆਂ ਨੂੰ 10,000 ਔਰ ਸਿਲਵਰ ਵਾਲਿਆਂ ਨੂੰ 7,000, ਬ੍ਰੌਂਜ ਜੇਤੂ ਖਿਡਾਰੀਆਂ ਨੂੰ 5,000 ਰੁਪਏ ਮਿਲਣਯੋਗ ਹੋਵੇਗਾ। ਸੋ ਅਗਲਾ ਇੱਥੇ ਪੈਰਾਗ੍ਰਾਫ ਇੱਥੇ ਲਿਖਿਆ ਕਿ ਫਾਈਨੈਂਸ਼ੀਅਲ ਅਸਿਸਟੈਂਸ ਵਿਲ ਆਲਸੋ ਬੀ ਗਿਵਨ ਟੂ ਸਪੋਰਟਸ ਪਰਸਨਸ ਹੂ ਕੁਆਲੀਫਾਈ ਫॉर ਇੰਟਰਨੈਸ਼ਨਲ ਕੰਪੀਟੀਸ਼ਨਸ ਫॉर देयर ਪ੍ਰੈਪਰੇਸ਼ਨ। ਜਿਹੜੇ ਕੁਆਲੀਫਾਈ ਕਰਦੇ ਆ ਖਿਡਾਰੀ
ਆਪਣੇ ਇੰਟਰਨੈਸ਼ਨਲ ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਜਾਣ ਲਈ ਕੋਈ ਖਿਡਾਰੀ ਕੁਆਲੀਫਾਈ ਕਰ ਗਿਆ ਔਰ ਜਦੋਂ ਤੱਕ ਉਹ ਕੰਪੀਟੀਸ਼ਨ ਨਹੀਂ ਹੁੰਦਾ ਉਦੋਂ ਤੱਕ ਉਹਦੀ ਤਿਆਰੀ ਦੇ ਲਈ ਪ੍ਰੈਪਰੇਸ਼ਨ ਦੇ ਲਈ ਵੀ ਵਿੱਤੀ ਸਹਾਇਤਾ ਜਿਹੜੀ ਉਹ ਖਿਡਾਰੀਆਂ ਨੂੰ ਦਿੱਤੀ ਜਾਏਗੀ। ਸਿਰਫ ਮੈਡਲ ਜਿੱਤਣ 'ਤੇ ਇਹਦੇ 'ਚ ਲਿਖਿਆ ਕਿ ਸਿਰਫ ਮੈਡਲ ਜਿੱਤਣ 'ਤੇ ਖਿਡਾਰੀ ਨੂੰ ਵਿੱਤੀ ਸਹਾਇਤਾ ਜਾਂ ਕੈਸ਼ ਅਵਾਰਡ ਨਹੀਂ ਦਿੱਤਾ ਜਾਵੇਗਾ, ਬਟ ਉਹਦੀ ਤਿਆਰੀ ਦੇ ਲਈ, ਉਹਦੀ ਜਰਨੀ ਦੇ ਵਿੱਚ, ਉਹਦੇ ਸਫ਼ਰ ਦੇ ਦੌਰਾਨ ਕੰਪੀਟੀਸ਼ਨ ਤੱਕ ਉਹਨੂੰ ਹੈਲਪ ਕੀਤੀ ਜਾਏਗੀ ਹਰ ਤਰ੍ਹਾਂ ਦੀ, ਤਾਂ ਕਿ ਉਹ ਚੰਗੀ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰ ਸਕੇ। ਸੋ ਇੱਥੇ ਲਿਖਿਆ ਕਿ ਦ ਸਪੋਰਟਿੰਗ ਫਾਈਨੈਂਸ਼ੀਅਲ ਅਸਿਸਟੈਂਸ ਫॉर ਪ੍ਰੈਪਰੇਸ਼ਨ ਆਫ ਦ ਫੋਲੋਇੰਗ ਇਵੈਂਟਸ। ਕਿਹੜੇ ਇਵੈਂਟਸ ਦੀ ਤਿਆਰੀ ਦੇ ਲਈ ਕਿੰਨਾ ਅਮਾਊਂਟ ਹੈ ਜਿਹੜਾ, ਕਿੰਨੀ ਰਾਸ਼ੀ ਹੈ ਜਿਹੜੀ ਦਿੱਤੀ ਜਾਏਗੀ। ਜੇ ਕੋਈ ਖਿਡਾਰੀ ਅਪਕਮਿੰਗ ਆਉਣ ਵਾਲੀ ਜਿਹੜੀ ਓਲੰਪਿਕਸ, ਪੈਰਾ ਓਲੰਪਿਕਸ ਗੇਮਸ ਦੇ ਲਈ ਕੁਆਲੀਫਾਈ ਕਰਦਾ ਹੈ ਤਾਂ ਉਹਨੂੰ 15 ਲੱਖ ਰੁਪਏ ਜਿਹੜਾ ਨਗਦ ਤਿਆਰੀ ਦੇ ਲਈ ਦਿੱਤਾ ਜਾਏਗਾ, ਉਹ ਗੇਮਾਂ ਦੀ, ਉਹ ਕੰਪੀਟੀਸ਼ਨ ਦੀ ਪ੍ਰੈਪਰੇਸ਼ਨ ਦੇ ਲਈ। ਜੇ ਕੋਈ ਪਲੇਅਰ ਅਪਕਮਿੰਗ ਡੀਫ ਓਲੰਪਿਕਸ, ਸਪੈਸ਼ਲ ਓਲੰਪਿਕਸ ਦੇ ਲਈ ਪੈਰਾ ਜਿਹੜੇ ਸਪੋਰਟਸ ਪਰਸਨ ਹੈ ਉਹ ਕੁਆਲੀਫਾਈ ਕਰਦੇ ਆ ਤਾਂ ਉਹਨਾਂ ਨੂੰ 8 ਲੱਖ ਰੁਪਏ ਕੈਸ਼ ਜਿਹੜਾ ਤਿਆਰੀ ਦੇ ਲਈ ਦਿੱਤਾ ਜਾਏਗਾ। ਜੇ ਕੋਈ ਖਿਡਾਰੀ ਆਉਣ ਵਾਲੀ ਵਰਲਡ ਚੈਂਪੀਅਨਸ਼ਿਪ, ਵਰਲਡ ਕੱਪ ਜਿਹੜਾ ਕਿ 4 ਸਾਲਾਂ ਦੇ ਵਿੱਚ ਇੱਕ ਵਾਰ ਕਰਵਾਇਆ ਜਾਂਦਾ, ਉਹਦੇ ਲਈ ਕੁਆਲੀਫਾਈ ਕਰਦਾ ਤਾਂ ਉਹਨੂੰ ਵੀ 8 ਲੱਖ ਰੁਪਏ ਨਗਦ ਇਨਾਮ ਦਿੱਤਾ ਜਾਏਗਾ। ਜੇ ਕੋਈ ਖਿਡਾਰੀ ਏਸ਼ੀਅਨ ਪੈਰਾ ਡੀਫ ਏਸ਼ੀਅਨ ਗੇਮਸ ਦੇ ਲਈ ਕੁਆਲੀਫਾਈ ਕਰ ਜਾਂਦਾ ਹੈ ਤਾਂ ਉਹਨੂੰ ਤਿਆਰੀ ਦੇ ਲਈ 8 ਲੱਖ ਰੁਪਏ ਕੈਸ਼ ਇਨਾਮ ਹੈ ਜਿਹੜਾ ਕੈਸ਼ ਦੇ ਰੂਪ ਦੇ ਵਿੱਚ ਦਿੱਤਾ ਜਾਏਗਾ, ਤਾਂ ਕਿ ਉਹ ਆਪਣੀ ਤਿਆਰੀ ਕਰ ਸਕੇ ਔਰ ਕੰਪੀਟੀਸ਼ਨ ਦੇ ਵਿੱਚ ਚੰਗੀ ਤਰ੍ਹਾਂ ਪਰਫਾਰਮ ਕਰ ਸਕੇ। ਸੋ ਇਹ ਹੈ ਐਡੀਸ਼ਨਲ ਜਿਹੜੀ ਐਕਸਟਰਾ ਅਸਿਸਟੈਂਸ ਮਿਲਣੀ ਹੈ, ਸਹਾਇਤਾ ਮਿਲਣੀ ਹੈ। ਉਸ ਤੋਂ ਅਗਲਾ ਹੈ ਕਾਮਨਵੈਲਥ ਪੈਰਾ ਡੀਫ ਕਾਮਨਵੈਲਥ ਗੇਮਸ ਨੂੰ ਕੁਆਲੀਫਾਈ ਕਰਨ 'ਤੇ 8 ਲੱਖ ਰੁਪਏ। IVSA ਵਰਲਡ ਗੇਮਸ ਹੈਲਡ ਐਵਰੀ 4 ਈਅਰਸ, ਹਰ 4 ਸਾਲਾਂ ਦੇ ਵਿੱਚ ਇੱਕ ਵਾਰ ਜਿਹੜੀ ਕਰਵਾਈ ਜਾਂਦੀ ਹੈ ਇੰਟਰਨੈਸ਼ਨਲ ਬਲਾਈਂਡ ਸਪੋਰਟਸ ਫੈਡਰੇਸ਼ਨ ਦੇ ਵੱਲੋਂ। IVSA ਮੀਨਸ ਇੰਟਰਨੈਸ਼ਨਲ ਬਲਾਈਂਡ ਸਪੋਰਟਸ ਫੈਡਰੇਸ਼ਨ। ਇਹਨਾਂ ਦੇ ਲਈ ਵੀ 8 ਲੱਖ ਰੁਪਏ ਤਿਆਰੀ ਦੇ ਲਈ ਰੱਖਿਆ ਗਿਆ। ਉਸ ਤੋਂ ਬਾਅਦ ਵਰਲਡ ਚੈਂਪੀਅਨਸ਼ਿਪਸ ਕੱਪ ਹੈਲਡ ਵਾਈਨਲੀ, ਸੋ ਇਹਦੇ ਲਈ ਵੀ 8 ਲੱਖ ਰੁਪਏ ਰੱਖਿਆ ਗਿਆ। ਸਪੈਸ਼ਲ ਓਲੰਪਿਕਸ ਫॉर ਸਪੈਸ਼ਲੀ ਏਬਲਡ ਸਪੋਰਟਸ ਪਰਸਨਸ, ਸਪੈਸ਼ਲ ਓਲੰਪਿਕਸ ਨੂੰ ਕੁਆਲੀਫਾਈ ਕਰਦਾ, ਜੇ ਕੋਈ ਬੱਚਾ ਜਾਂਦਾ ਉੱਥੇ ਪਲੇਅਰ ਜਾਣ ਦੇ ਲਈ ਕੁਆਲੀਫਾਈ ਕਰਦਾ ਤਾਂ ਉਹਨੂੰ 7 ਲੱਖ ਰੁਪਏ। ICC ODI ਵਨ ਡੇ ਇੰਟਰਨੈਸ਼ਨਲ ਵਰਲਡ ਕੱਪ, ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ T20 2020 ਵਰਲਡ ਕੱਪ, ਬਲਾਈਂਡ ਵਰਲਡ ਕੱਪ ਜੇ ਕ੍ਰਿਕਟ ਦੇ ਵਿੱਚ ਕੁਆਲੀਫਾਈ ਕਰ ਜਾਂਦੇ ਆ ਤਾਂ ਉਹਨਾਂ ਨੂੰ 6 ਲੱਖ ਰੁਪਏ ਜਿਹੜਾ ਨਗਦ ਦਿੱਤੇ ਜਾਣਗੇ ਤਿਆਰੀ ਦੇ ਲਈ, ਇਸ ਟੂਰਨਾਮੈਂਟ ਦੀ ਤਿਆਰੀ ਦੇ ਲਈ, ਇਸ ਵਰਲਡ ਕੱਪ ਦੀ ਤਿਆਰੀ ਦੇ ਲਈ। ਔਰ ਵਰਲਡ ਚੈਂਪੀਅਨਸ਼ਿਪ ਕੱਪ ਹੈਲਡ ਐਨੂਅਲੀ, ਜਿਹੜੇ ਸਾਲਾਨਾ ਕੋਈ ਵੀ ਵਰਲਡ ਚੈਂਪੀਅਨਸ਼ਿਪ ਜਾਂ ਕੱਪ ਕਰਵਾਇਆ ਜਾਂਦਾ ਉਹਦੇ ਲਈ 5 ਲੱਖ ਰੁਪਏ ਜੇ ਕੁਆਲੀਫਾਈ ਕਰ ਜਾਂਦਾ ਖਿਡਾਰੀ। ਵਰਲਡ ਕੱਪ ਚੈਂਪੀਅਨਸ਼ਿਪ, ਪੈਰਾ ਵਰਲਡ ਕੱਪ ਚੈਂਪੀਅਨਸ਼ਿਪ 2 ਔਰ ਮੋਰ ਟਾਈਮਸ ਇਨ ਅ ਈਅਰ, ਐਫਰੋ ਏਸ਼ੀਅਨ ਗੇਮਸ, ਇਹਨਾਂ ਸਾਰਿਆਂ ਦੇ ਲਈ ਜੇ ਕੁਆਲੀਫਾਈ ਕਰਦੇ ਆ ਤਾਂ 5 ਲੱਖ ਰੁਪਏ। ਔਰ ਯੂਥ ਓਲੰਪਿਕ ਗੇਮਸ ਨੂੰ ਕੰਪੀਟੀਸ਼ਨ ਦੇ ਵਿੱਚ ਜਾਣ ਲਈ ਕੁਆਲੀਫਾਈ ਕਰਨ 'ਤੇ 4 ਲੱਖ ਰੁਪਏ। ਏਸ਼ੀਅਨ ਕਾਮਨਵੈਲਥ ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਕਰਨ 'ਤੇ 4 ਲੱਖ ਰੁਪਏ। SAF ਗੇਮਸ, SAFF ਚੈਂਪੀਅਨਸ਼ਿਪ 3 ਲੱਖ ਰੁਪਏ। ਵਰਲਡ ਯੂਨੀਵਰਸਿਟੀ ਗੇਮਸ ਚੈਂਪੀਅਨਸ਼ਿਪ 1 ਲੱਖ ਰੁਪਏ ਕੁਆਲੀਫਾਈ ਕਰਨ 'ਤੇ ਮਿਲਣਗੇ। ਯੂਥ ਕਾਮਨਵੈਲਥ ਗੇਮਸ, ਵਰਲਡ ਜੂਨੀਅਰ ਚੈਂਪੀਅਨਸ਼ਿਪਸ ਦੇ ਲਈ ਕੁਆਲੀਫਾਈ ਕਰਨ 'ਤੇ 1 ਲੱਖ ਰੁਪਏ ਜਿਹੜਾ ਤਿਆਰੀ ਦੇ ਲਈ ਕੈਸ਼ ਹੈ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਜਾਏਗਾ। ਸੋ ਇਹ ਸੀ ਤਿਆਰੀ ਕਰਨ ਦੇ ਲਈ ਜਿਹੜੇ ਵਿੱਤੀ ਸਹਾਇਤਾ ਦਿੱਤੀ ਜਾਣੀ ਹੈ। ਇਸ ਤੋਂ ਅਗਲਾ ਜਿਹੜਾ ਇਸ ਖੇਡ ਨੀਤੀ ਦੇ ਵਿੱਚ ਵਿੱਤੀ ਸਹਾਇਤਾ ਦੇਣ ਦੇ ਲਈ ਅਵਾਰਡ ਸ਼ੁਰੂ ਕੀਤਾ ਗਿਆ, ਮਹਾਰਾਜਾ ਰਣਜੀਤ ਸਿੰਘ ਅਵਾਰਡ। ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਂ 'ਤੇ ਇਹ ਅਵਾਰਡ ਸ਼ੁਰੂ ਕੀਤਾ ਗਿਆ ਖਿਡਾਰੀਆਂ ਦੇ ਲਈ। ਸੋ ਇੱਥੇ ਲਿਖਿਆ ਕਿ ਦਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਵਾਜ਼ ਐਸਟੈਬਲਿਸ਼ਡ to encourage and motivate the outstanding sports persons for achieving higher achievements and to attract the younger generation to take up sports as a career, ਕਿ ਵੱਧ ਤੋਂ ਵੱਧ ਅਚੀਵਮੈਂਟਸ ਪ੍ਰਾਪਤ ਕਰਨ, ਜਿਹੜੇ ਆਊਟਸਟੈਂਡਿੰਗ ਉੱਤਮ ਖਿਡਾਰੀ ਨੇ ਉਹ ਹੋਰ ਮੋਟੀਵੇਟ ਹੋਣ ਅਤੇ ਉਹਨਾਂ ਨੂੰ ਉਹਨਾਂ ਦੀ ਹੌਸਲਾ ਅਫਜ਼ਾਈ ਹੋਵੇ ਔਰ ਉਹ ਹੋਰ ਅਚੀਵਮੈਂਟਸ ਨੇ ਜਿਹੜੀਆਂ ਪ੍ਰਾਪਤੀਆਂ ਨੇ ਉਹ ਕਰਦੇ ਰਹਿਣ, ਅਤੇ ਉਹਨਾਂ ਨੂੰ ਜਿਹੜੀ ਯੰਗਰ ਜਨਰੇਸ਼ਨ ਹੈ, ਨੌਜਵਾਨ ਜਿਹੜੀ ਪੀੜ੍ਹੀ ਹੈ, ਉਹਨਾਂ ਨੂੰ ਸਪੋਰਟਸ ਦੇ ਵਿੱਚ, ਖੇਡਾਂ ਦੇ ਖੇਤਰ ਦੇ ਵਿੱਚ ਐਜ਼ ਅ ਕਰੀਅਰ, ਇੱਕ ਕਰੀਅਰ ਦੇ ਵਜੋਂ ਉਹ ਖੇਡਾਂ ਦੇ ਖੇਤਰ ਨੂੰ ਚੁਣਨ। ਉਹਦੇ ਲਈ ਇਹ ਅਵਾਰਡ ਸ਼ੁਰੂ ਕੀਤਾ ਗਿਆ। ਦਿਸ ਅਵਾਰਡ ਆਲਸੋ ਏਮਸ ਟੂ ਰੀਹੈਬਲੀਟੇਟ ਦ ਮੈਡਲ ਵਿਨਰਸ ਵਿਦ ਆਨਰ, ਡਿਗਨਿਟੀ ਐਂਡ ਕੰਫਰਟ, ਕਿ ਉਹਨਾਂ ਨੂੰ ਉਹਨਾਂ ਦੇ ਮਾਣ ਸਨਮਾਨ ਦੇ ਲਈ, ਜਿਹੜੇ ਮੈਡਲ ਵਿਨਰਸ ਨੇ ਉਹਨਾਂ ਦੇ ਮਾਣ ਸਨਮਾਨ ਦੇ ਲਈ, ਡਿਗਨਿਟੀ ਦੇ ਲਈ, ਕੰਫਰਟ ਦੇ ਲਈ ਵੀ ਇਹ ਅਵਾਰਡ ਸ਼ੁਰੂ ਕੀਤਾ। ਦਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਇਜ਼ ਆਲਸੋ ਐਨ ਐਕਸਪ੍ਰੈਸ਼ਨ ਆਫ ਐਪਰੀਸ਼ੀਏਸ਼ਨ ਐਂਡ ਗ੍ਰੈਟੀਟਿਊਡ ਆਫ ਦ ਸਟੇਟ ਆਫ ਦ ਮੈਡਲ ਵਿਨਰਸ ਫॉर winning laurels for the state and country, following shall be the major components, ਕਿ ਇਹ ਦੇਸ਼ ਦੇ ਲਈ ਉਹਨਾਂ ਨੇ ਮਾਣ ਵਧਾਇਆ ਦੇਸ਼ ਦਾ, ਔਰ ਤਾਂ ਵੀ ਇਹ ਮਹਾਰਾਜਾ ਰਣਜੀਤ ਸਿੰਘ ਹੈ ਜਿਹੜਾ ਇੱਕ ਐਪਰੀਸ਼ੀਏਸ਼ਨ ਵਜੋਂ, ਗ੍ਰੈਟੀਟਿਊਡ ਵਜੋਂ, ਉਹਨਾਂ ਦੇ ਧੰਨਵਾਦ ਵਜੋਂ ਜਿਹੜਾ ਖਿਡਾਰੀਆਂ ਦੇ ਮੈਡਲ ਵਿਨਰਸ ਦੇ ਉਹਨਾਂ ਲਈ ਇਹ ਸ਼ੁਰੂ ਕੀਤਾ ਗਿਆ। ਇਹਦੇ ਕੰਪੋਨੈਂਟਸ ਕੀ ਹੋਣਗੇ, ਕੀ ਇਹਦੇ ਵਿੱਚ ਦਿੱਤਾ ਜਾਏਗਾ, ਮਹਾਰਾਜਾ ਰਣਜੀਤ ਸਿੰਘ ਅਵਾਰਡ ਕੀ ਹੈ। ਸੋ ਇਹਦੇ 'ਚ A ਪਾਰਟ ਦੇ ਵਿੱਚ ਲਿਖਿਆ ਕਿ ਟੌਪ 20 ਪਲੇਅਰਸ
including one differently abled and one mentally challenged player will be selected every year who have won medals। ਜਿਨ੍ਹਾਂ ਨੇ ਮੈਡਲ ਜਿੱਤਿਆ 20 ਖਿਡਾਰੀ ਜਿਹੜੇ ਚੁਣੇ ਜਾਣਗੇ, ਜਿਨ੍ਹਾਂ ਦੇ ਵਿੱਚ ਇੱਕ ਡਿਫਰੈਂਟਲੀ ਏਬਲਡ ਹੋਏਗਾ ਔਰ ਮੈਂਟਲੀ ਚੈਲੰਜਡ ਹੋਏਗਾ ਇੱਕ, ਔਰ ਜਿਨ੍ਹਾਂ ਨੇ ਜਿਹੜੇ ਮੈਡਲ ਜਿੱਤਿਆ ਇਨ ਸਪੈਸੀਫਾਈਡ ਨੈਸ਼ਨਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਗੇਮਸ ਟੂਰਨਾਮੈਂਟਸ ਐਂਡ ਪਾਰਟੀਸਪੇਟਡ ਇਨ ਵੇਰੀਅਸ ਸਪੈਸੀਫਾਈਡ ਇੰਟਰਨੈਸ਼ਨਲ ਲੈਵਲ ਟੂਰਨਾਮੈਂਟਸ ਐਂਡ ਹੂ ਵਿਲ ਬੀ ਗ੍ਰੇਡਡ ਔਨ ਅ ਸਕੇਲ ਆਫ 100 ਪੁਆਇੰਟਸ ਐਜ਼ ਪਰ ਦਾ ਗਾਈਡਲਾਈਨਸ, ਕਿ ਉਹਨਾਂ ਨੂੰ 100 ਪੁਆਇੰਟਸ ਦੀ ਗ੍ਰੇਡੇਸ਼ਨ ਜਿਹੜੀ ਕੀਤੀ ਜਾਏਗੀ ਉਹਨਾਂ ਦੀ 100 ਪੁਆਇੰਟਸ ਦੇ ਬੇਸਿਸ 'ਤੇ ਉਹਨਾਂ ਦੀ ਪਰਫੋਰਮੈਂਸ ਹੈ ਜਿਹੜੀ ਚੈੱਕ ਕੀਤੀ ਜਾਏਗੀ, ਜਿਨ੍ਹਾਂ ਨੇ ਪਾਰਟੀਸਪੇਟ ਕੀਤਾ ਜਾਂ ਜਿਨ੍ਹਾਂ ਨੇ ਮੈਡਲ ਜਿੱਤੇ। ਜਿਹੜੀਆਂ ਸਪੈਸੀਫਾਈਡ ਚੈਂਪੀਅਨਸ਼ਿਪਸ ਨੇ ਨੈਸ਼ਨਲ ਜਾਂ ਇੰਟਰਨੈਸ਼ਨਲ ਗੇਮਾਂ ਕੋਈ ਹੋਈਆਂ, ਔਰ ਡਿਪਾਰਟਮੈਂਟ ਆਫ ਸਪੋਰਟਸ ਵਿਲ ਨੋਟੀਫਾਈ ਸੈਪਰੇਟ ਗਾਈਡਲਾਈਨਸ ਇਨ ਦਿਸ ਰਿਗਾਰਡ, ਕਿ ਕਿਵੇਂ ਉਹਨਾਂ ਦੀ ਸਿਲੈਕਸ਼ਨ ਕਰਨੀ ਹੈ ਉਹਦੇ ਰਿਗਾਰਡਿੰਗ ਖੇਡ ਵਿਭਾਗ ਹੈ ਜਿਹੜਾ ਵੱਖਰੇ ਤੌਰ 'ਤੇ ਦਿਸ਼ਾ ਨਿਰਦੇਸ਼ ਇਹਦੇ ਨਾਲ ਸੰਬੰਧਿਤ ਤਿਆਰ ਕਰਨਗੇ, ਨੋਟੀਫਾਈ ਕਰਨਗੇ। ਬੀ ਪਾਰਟ ਹੈ ਕਿ ਆਲ ਪਦਮਾ ਅਵਾਰਡੀਜ਼, ਅਰਜੁਨਾ ਅਵਾਰਡੀਜ਼, ਮੇਜਰ ਧਿਆਨ ਚੰਦ ਖੇਲ ਰਤਨਾ ਅਵਾਰਡੀਜ਼ ਹੂ ਆਰ ਸਪੋਰਟਸ ਪਰਸਨਸ ਐਂਡ ਡੋਮਿਸਾਈਲ ਆਫ ਪੰਜਾਬ ਵਿਲ ਬੀ ਐਲੀਜੀਬਲ ਫॉर ਅਵਾਰਡਸ ਇਨ ਐਡੀਸ਼ਨ ਟੂ 20 ਪਲੇਅਰਸ। ਉੱਪਰ ਜਿਹੜੇ ਏ ਪਾਰਟ ਦੇ ਵਿੱਚ 20 ਪਲੇਅਰ ਸਿਲੈਕਟ ਕੀਤੇ ਜਾਣਗੇ, ਉਹਨਾਂ ਤੋਂ ਐਕਸਟਰਾ, ਉਹਨਾਂ ਤੋਂ ਇਲਾਵਾ ਸਾਰੇ ਪਦਮਾ ਸ਼੍ਰੀ ਅਵਾਰਡ, ਅਰਜੁਨਾ ਅਵਾਰਡੀ, ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡੀ ਜਿਹੜੇ ਕਿ ਪੰਜਾਬ ਦੇ ਡੋਮਿਸਾਈਲ ਹੋਣ, ਪੰਜਾਬ ਦੇ ਵਸਨੀਕ ਹੋਣ, ਉਹ ਵੀ ਇਸ ਅਵਾਰਡ ਦੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਲਈ ਯੋਗ ਹੋਣਗੇ। ਸੀ ਪਾਰਟ ਦੇ ਵਿੱਚ ਲਿਖਿਆ ਕਿ ਈਚ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਸ਼ੈਲ ਗੈਟ ₹5 ਲੱਖ ਐਜ਼ ਕੈਸ਼ ਅਵਾਰਡ ਵਿਦ ਟਰੋਫੀ ਐਂਡ ਬਲੇਜ਼ਰ। ਹਰ ਜੇਤੂ ਜਿਹੜੇ ਅਵਾਰਡੀ ਦੇ ਹੋਣਗੇ, ਜਿਹਨਾਂ ਨੂੰ ਅਵਾਰਡ ਦਿੱਤਾ ਜਾਣਾ ਹੈ ਮਹਾਰਾਜਾ ਰਣਜੀਤ ਸਿੰਘ ਅਵਾਰਡ, ਉਹਦੇ 'ਚ 5 ਲੱਖ ਰੁਪਏ ਕੈਸ਼, ਟਰੋਫੀ ਅਤੇ ਇੱਕ ਬਲੇਜ਼ਰ ਦੇ ਰੂਪ ਵਿੱਚ ਉਹਨਾਂ ਦਾ ਸਨਮਾਨ ਕੀਤਾ ਜਾਏਗਾ। ਸੋ ਇਹ ਹੈ ਮਹਾਰਾਜਾ ਰਣਜੀਤ ਸਿੰਘ ਅਵਾਰਡ। ਅਗਲਾ ਹੈ ਬਲਵੀਰ ਸਿੰਘ ਸੀਨੀਅਰ ਅਵਾਰਡ, ਜਿਹੜਾ ਕਿ ਕੋਚ ਸਾਹਿਬਾਨਾਂ ਦੇ ਲਈ ਹੈ। ਕੋਚ ਸਾਹਿਬਾਨਾਂ ਦੇ ਲਈ ਬਲਵੀਰ ਸਿੰਘ ਸੀਨੀਅਰ ਅਵਾਰਡ ਹੈ ਜਿਹੜਾ ਉਹ ਰੱਖਿਆ ਗਿਆ। ਸੋ ਇਹਦੇ 'ਚ ਲਿਖਿਆ ਕਿ ਕੈਸ਼ ਅਵਾਰਡ ਵਿਲ ਬੀ ਗਿਵਨ ਟੂ ਦੋਜ਼ ਡਿਪਾਰਟਮੈਂਟਲ ਪ੍ਰਾਈਵੇਟ coaches who have trained those players who win medals in competitions mentioned in Annexure 1 in sports recognized by the International Olympic Committee ਔਰ ਗਵਰਨਮੈਂਟ ਆਫ ਪੰਜਾਬ। ਜਿਹੜੇ ਅਨੈਕਸਚਰ 1 ਦੇ ਵਿੱਚ ਆਪਾਂ ਪਿੱਛੇ ਡਿਸਕਸ ਕੀਤਾ ਸੀ ਕਿ ਕਿਹੜੀਆਂ ਗੇਮਸ ਨੇ ਜਿਹੜੀਆਂ ਗ੍ਰੇਡੇਸ਼ਨ ਦੇ ਲਈ ਰੱਖੀਆਂ ਗਈਆਂ ਨੇ, ਜਾਂ ਫਿਰ ਜਿਹੜੀਆਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਵੱਲੋਂ ਰਿਕੋਗਨਾਈਜ਼ਡ ਗੇਮਸ ਨੇ, ਉਹਨਾਂ ਦੀ ਟ੍ਰੇਨਿੰਗ ਦੇਣ ਵਾਲੇ ਵਿਭਾਗ ਦੇ ਕੋਚ ਸਾਹਿਬਾਨ ਜਾਂ ਪ੍ਰਾਈਵੇਟ ਕੋਚ ਸਾਹਿਬਾਨਾਂ ਦੇ ਲਈ ਇਹ ਅਵਾਰਡ ਆ ਜਿਹੜਾ ਰੱਖਿਆ ਗਿਆ। ਇਹਦੇ ਲਈ ਵੱਖਰੇ ਤੌਰ 'ਤੇ ਜਿਹੜਾ ਪੁਆਇੰਟ ਸਿਸਟਮ ਦੀ ਨੀਤੀ ਹੈ ਕਿ ਕਿਵੇਂ ਉਹਨਾਂ ਦੀ ਸਿਲੈਕਸ਼ਨ ਕਰਨੀ ਹੈ, ਉਹਦੇ ਦਿਸ਼ਾ ਨਿਰਦੇਸ਼ ਖੇਡ ਵਿਭਾਗ ਦੇ ਵੱਲੋਂ ਵੱਖਰੇ ਤੌਰ 'ਤੇ ਜਾਰੀ ਕੀਤੇ ਜਾਣਗੇ। ਸੋ ਇਹਦੇ 'ਚ ਬੀ ਪਾਰਟ ਦੇ ਵਿੱਚ ਲਿਖਿਆ ਕਿ ਜਿਹੜੇ ਕੋਚ ਸਾਹਿਬਾਨਾਂ ਨੇ ਸਾਲ ਦੇ ਵਿੱਚ 1 ਸਾਲ ਦੇ ਲਈ ਸਪੈਸੀਫਿਕ ਟੂਰਨਾਮੈਂਟ ਦੇ ਲਈ ਜਾਂ ਚੈਂਪੀਅਨਸ਼ਿਪ ਦੇ ਲਈ ਟ੍ਰੇਨ ਕੀਤਾ ਖਿਡਾਰੀਆਂ ਨੂੰ ਅਤੇ ਉਹਨਾਂ ਨੇ ਮੈਡਲ ਜਿੱਤਿਆ, ਉਹਨਾਂ ਦੇ ਲਈ ਜਿਹੜਾ ਕੈਸ਼ ਅਵਾਰਡ ਹੋਊਗਾ ਖਿਡਾਰੀ ਦੇ ਲਈ, ਉਹਦੀ 40% ਰਾਸ਼ੀ ਹੈ ਜਿਹੜੀ ਉਹ ਕੋਚ ਨੂੰ ਮਿਲਣਯੋਗ ਹੋਏਗੀ ਬਲਵੀਰ ਸਿੰਘ ਸੀਨੀਅਰ ਅਵਾਰਡ ਦੇ ਰੂਪ ਦੇ ਵਿੱਚ। ਸੋ ਜੇ ਮਲਟੀਪਲ ਪਲੇਅਰਸ ਜਿੱਤ ਜਾਂਦੇ ਨੇ, ਇੱਕ ਤੋਂ ਜ਼ਿਆਦਾ ਜਿਹੜੇ ਮੈਡਲ ਵਿਨਰ ਹੋ ਜਾਂਦੇ ਨੇ ਔਰ ਉਸੇ ਕੋਚ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ, ਤਾਂ ਉਹਨਾਂ ਦੀ ਜਿਹੜੀ ਐਡੀਸ਼ਨਲ ਮੈਡਲ ਵਿਨਰ ਹੋਣਗੇ, ਉਹਨਾਂ ਦੀ ਜਿਹੜੀ ਐਂਟਾਈਟਲਡ ਰਾਸ਼ੀ ਹੈ, ਜਿੰਨੇ ਦੇ ਲਈ ਉਹ ਐਲੀਜੀਬਲ ਹੋਣਗੇ ਖਿਡਾਰੀ, ਉਹਦੀ 20% ਰਾਸ਼ੀ ਹੈ ਜਿਹੜੀ ਉਹ ਅਵਾਰਡ ਹੈ ਜਿਹੜਾ ਇਹਨਾਂ ਨੂੰ ਐਡੀਸ਼ਨਲ ਪਲੇਅਰਸ ਦੇ ਵਜੋਂ ਔਰ ਐਡੀਸ਼ਨਲ ਕੋਚਸ ਨੂੰ ਦਿੱਤਾ ਜਾਏਗਾ। ਇਨ ਕੇਸ ਆਫ ਟੀਮ ਇਵੈਂਟਸ ਕੋਚਸ ਵਿਲ ਬੀ ਇੰਟਾਈਟਲਡ ਟੂ ਦਾ ਸੇਮ ਅਮਾਊਂਟ ਆਫ ਕੈਸ਼ ਅਵਾਰਡ ਐਜ਼ ਅ ਸਿੰਗਲ ਪਲੇਅਰ ਐਜ਼ ਅ ਟੀਮ ਮੈਂਬਰ ਇਜ਼ ਇੰਟਾਈਟਲਡ ਟੂ। ਸੋ ਟੀਮ ਜੇ ਜਿੱਤ ਜਾਂਦੀ ਹੈ ਕੋਈ ਵੀ ਮੈਡਲ, ਔਰ ਉਹ ਕੋਚ ਨੂੰ ਜਿਹੜੇ ਮਿਲਣਯੋਗ ਰਾਸ਼ੀ ਹੋਏਗੀ ਉਹ ਹੀ ਹੋਏਗੀ ਸੇਮ ਅਮਾਊਂਟ ਆਫ ਕੈਸ਼ ਅਵਾਰਡ ਐਜ਼ ਅ ਸਿੰਗਲ ਪਲੇਅਰ ਐਜ਼ ਅ ਟੀਮ ਮੈਂਬਰ ਟੂ ਇਜ਼ ਇੰਟਾਈਟਲਡ ਟੂ। ਜਿੰਨਾ ਇੱਕ ਸਿੰਗਲ ਪਲੇਅਰ ਨੂੰ ਟੀਮ ਦੇ ਮੈਂਬਰ ਵਜੋਂ ਮਿਲਣਯੋਗ ਹੋਏਗਾ, ਉਹੀ ਰਾਸ਼ੀ ਜਿਹੜੀ ਕੋਚ ਨੂੰ ਮਿਲਣਯੋਗ ਹੋਏਗੀ। ਸੀ ਪਾਰਟ ਲਿਖਿਆ ਸਮ ਸਪੋਰਟਸ ਵਿਚ ਹੈ ਮੋਰ ਦੈਨ 1 ਨੈਸ਼ਨਲ ਚੈਂਪੀਅਨਸ਼ਿਪ ਇਨ ਅ ਈਅਰ। ਜਿਹੜੀਆਂ ਖੇਡਾਂ ਦੇ ਵਿੱਚ ਇੱਕ ਤੋਂ ਜ਼ਿਆਦਾ ਵਾਰੀ ਨੈਸ਼ਨਲ ਚੈਂਪੀਅਨਸ਼ਿਪਸ ਕਰਵਾਈਆਂ ਜਾਂਦੀਆਂ 1 ਸਾਲ ਦੇ ਵਿੱਚ, ਫੋਰ ਐਗਜ਼ਾਮਪਲ ਇਨ ਐਥਲੈਟਿਕਸ, ਇਨ ਸੱਚ ਕੇਸਿਸ ਓਨਲੀ ਦਾ ਬੈਸਟ ਪਰਫੋਰਮੈਂਸ ਇਨ ਦਾ ਫਾਈਨੈਂਸ਼ੀਅਲ ਈਅਰ ਵਿਲ ਬੀ ਕੰਸੀਡਰਡ। ਇੱਕ ਤੋਂ ਜ਼ਿਆਦਾ ਵਾਰ ਹੋਣ ਵਾਲੀਆਂ ਖੇਡਾਂ ਦੀਆਂ ਜਿਹੜੀਆਂ ਚੈਂਪੀਅਨਸ਼ਿਪਸ ਨੇ, ਨੈਸ਼ਨਲ ਚੈਂਪੀਅਨਸ਼ਿਪਸ ਸਾਲ ਦੇ ਵਿੱਚ, ਉਹਨਾਂ 'ਚੋਂ ਜਿਹੜੀ ਬੈਸਟ ਪਰਫੋਰਮੈਂਸ ਵਾਲੀ ਗੇਮ ਹੋਏਗੀ ਉਹਦੇ ਲਈ ਜਿਹੜੀ ਚੋਣ ਹੈ ਜਿਹੜੀ ਕੀਤੀ ਜਾਏਗੀ। ਉਸ ਤੋਂ ਬਾਅਦ ਡੀ ਪਾਰਟ ਦੇ ਵਿੱਚ ਲਿਖਿਆ ਪਦਮਾ ਅਵਾਰਡੀ, ਅਰਜੁਨਾ ਅਵਾਰਡੀ, ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡੀਜ਼ ਹੂ ਹੈਵ ਇਨ ਸਪੋਰਟਸ ਪਰਸਨਸ ਐਂਡ ਡੋਮਿਸਾਈਲ ਆਫ ਪੰਜਾਬ ਵਿਲ ਬੀ ਐਲੀਜੀਬਲ ਫॉर ਅਵਾਰਡਸ ਇਨ ਐਡੀਸ਼ਨ। ਇਸ ਤੋਂ ਇਲਾਵਾ ਇਹ ਸਾਰੇ ਜਿਹੜੇ ਪਦਮਾ ਅਵਾਰਡੀਜ਼, ਅਰਜੁਨਾ ਅਵਾਰਡੀਜ਼, ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡੀਜ਼ ਪੰਜਾਬ ਦੇ ਜਿਹੜੇ ਰਹਿਣ ਵਾਲੇ ਨੇ ਔਰ ਖਿਡਾਰੀ ਨੇ, ਉਹ ਸਾਰਿਆਂ ਨੂੰ ਇਸ ਅਵਾਰਡ ਦੇ ਲਈ ਯੋਗ ਸਮਝਿਆ ਜਾਏਗਾ। ਇਨ ਕੇਸ ਆਫ ਅ ਪਲੇਅਰ ਇਜ਼ ਕੋਚਡ ਬਾਈ ਮਲਟੀਪਲ ਕੋਚਸ, ਜੇਕਰ ਇੱਕ ਤੋਂ ਜ਼ਿਆਦਾ ਕੋਚਸ ਨੇ ਇੱਕ ਖਿਡਾਰੀ ਨੂੰ ਟ੍ਰੇਨਿੰਗ ਦਿੱਤੀ ਹੈ, ਕੋਚਿੰਗ ਦਿੱਤੀ ਹੈ, ਟੂ ਡਿਸਾਈਡ ਦਾ ਐਲੀਜੀਬਲ ਕੋਚ ਦਾ ਗਾਈਡਲਾਈਨਸ ਆਫ ਦਰੋਣਾਚਾਰੀ ਅਵਾਰਡ ਵਿਲ ਬੀ ਐਪਲੀਕਲ। ਤਾਂ ਇਹਦੇ 'ਚ ਡਿਸਾਈਡ ਕਰਨ ਦੇ ਲਈ ਕਿ ਕਿਹੜੇ ਕੋਚ ਸਾਹਿਬਾਨ ਨੇ ਜਿਹੜੇ ਐਲੀਜੀਬਲ ਨੇ, ਯੋਗ ਨੇ ਇਸ ਅਵਾਰਡ ਦੇ ਲਈ,
ਤਾਂ ਉਹਦੇ ਲਈ ਦਰੋਣਾਚਾਰੀਆ ਅਵਾਰਡ ਹੈ ਜਿਹੜਾ ਉਹਦੀਆਂ ਜਿਹੜੀਆਂ ਦਿਸ਼ਾ ਨਿਰਦੇਸ਼ ਨੇ ਉਹ ਲਾਗੂ ਹੋਣਗੇ। ਉਹ ਜਿਹੜੀ ਨੀਤੀ ਹੈ ਦਰੋਣਾਚਾਰੀਆ ਅਵਾਰਡ ਦੇ ਤਹਿਤ ਉਹ ਲਾਗੂ ਕੀਤੀ ਜਾਏਗੀ। ਇਸ ਅਵਾਰਡ ਦੇ ਵਿੱਚ ਕੀ ਮਿਲੇਗਾ? ਈਚ ਅਵਾਰਡ ਵਿਲ ਆਲਸੋ ਗੈਟ 5 ਲੱਖ ਅ ਟਰੋਫੀ ਐਂਡ ਅ ਬਲੇਜ਼ਰ। ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਵਿੱਚ ਵੀ 5 ਲੱਖ ਰੁਪਏ ਨਗਦ ਟਰੋਫੀ ਅਤੇ ਬਲੇਜ਼ਰ, ਔਰ ਬਲਵੀਰ ਸਿੰਘ ਸੀਨੀਅਰ ਅਵਾਰਡ ਦੇ ਵਿੱਚ ਵੀ ਕੋਚ ਸਾਹਿਬਾਨਾਂ ਨੂੰ 5 ਲੱਖ ਰੁਪਏ ਨਗਦ ਟਰੋਫੀ ਅਤੇ ਬਲੇਜ਼ਰ ਹੈ ਜਿਹੜਾ ਉਹ ਦਿੱਤਾ ਜਾਏਗਾ ਸਰਕਾਰ ਦੇ ਵੱਲੋਂ। ਇਸ ਤੋਂ ਅਗਲਾ ਹੈ ਓਲੰਪੀਅਨ ਸਰਦਾਰ ਬਲਵੀਰ ਸਿੰਘ ਸਕਾਲਰਸ਼ਿਪ ਸਕੀਮ ਫॉर ਆਊਟਸਟੈਂਡਿੰਗ ਐਂਡ ਬਡਿੰਗ ਸਪੋਰਟਸ ਪਰਸਨਸ। ਜਿਹੜੇ ਆਊਟਸਟੈਂਡਿੰਗ ਐਂਡ ਬਡਿੰਗ ਸਪੋਰਟਸ ਪਰਸਨਸ ਨੇ, ਪੰਜਾਬ ਦੇ ਵਸਨੀਕ ਜਿਹੜੇ ਬਹੁਤ ਵਧੀਆ ਉੱਤਮ ਦਰਜੇ ਦੇ ਖਿਡਾਰੀ ਨੇ, ਉਹਨਾਂ ਦੇ ਲਈ ਇਹ ਵਜ਼ੀਫਾ ਸਕੀਮ ਹੈ ਜਿਹੜੀ ਸ਼ੁਰੂ ਕੀਤੀ ਗਈ ਹੈ। ਇਹਦੀ ਪਹਿਲਾਂ ਵੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਇਹਦੇ ਮਾਣ ਭੱਤੇ ਦੇ ਰੂਪ ਦੇ ਵਿੱਚ ਜਿਹੜੇ ਜੂਨੀਅਰ ਨੈਸ਼ਨਲ ਲੈਵਲ ਦੇ ਮੈਡਲ ਵਿਨਰ ਹੋਣਗੇ ਉਹਨਾਂ ਦੇ ਲਈ 12,000 ਪਰ ਮੰਥ 1 ਸਾਲ ਦੇ ਲਈ, ਔਰ ਜਿਹੜੇ ਸੀਨੀਅਰ ਨੈਸ਼ਨਲ ਲੈਵਲ ਦੇ ਮੈਡਲ ਵਿਨਰ ਹੋਣਗੇ ਉਹਨਾਂ ਦੇ ਲਈ 16,000 ਪ੍ਰਤੀ ਮਹੀਨਾ 1 ਸਾਲ ਦੇ ਲਈ ਜਿਹੜਾ ਵਜ਼ੀਫਾ ਉਹ ਦਿੱਤਾ ਜਾਊਗਾ ਖਿਡਾਰੀਆਂ ਨੂੰ। ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ। ਇਸ ਤੋਂ ਅਗਲੀ ਗੱਲ ਕਰੀਏ ਖੇਡ ਪ੍ਰਮੋਟਰਾਂ ਦੇ ਲਈ। ਕੋਈ ਵੀ ਸੰਸਥਾ ਜਾਂ ਵੱਖਰੇ ਤੌਰ 'ਤੇ ਇੰਡੀਵਿਜੂਅਲ ਨਿੱਜੀ ਤੌਰ 'ਤੇ ਕੋਈ ਪਰਸਨ ਖੇਡਾਂ ਦੀ ਪ੍ਰਮੋਸ਼ਨ ਕਰਦਾ ਹੈ ਪੰਜਾਬ ਦੇ ਵਿੱਚ, ਤਾਂ ਮਿਲਖਾ ਸਿੰਘ ਅਵਾਰਡ ਦੇ ਨਾਲ ਨਵਾਜਿਆ ਜਾਏਗਾ। ਸੋ ਮਿਲਖਾ ਸਿੰਘ ਅਵਾਰਡ ਹੈ ਜਿਹੜਾ ਉਹ ਇਨਕਰੇਜਮੈਂਟ ਦੇ ਲਈ ਹੈ ਸਪੋਰਟਸ ਪ੍ਰਮੋਟਰਸ ਦੀ, ਤਾਂ ਕਿ ਸਟੇਟ ਦੇ ਵਿੱਚ ਸਿਗਨੀਫੀਕੈਂਟ ਜਿਹੜੀ ਕੰਟਰੀਬਿਊਸ਼ਨ ਹੈ ਉਹਨਾਂ ਦੀ ਉਹਦੇ ਬਦਲੇ ਉਹਨਾਂ ਨੂੰ ਅਵਾਰਡ ਦਿੱਤਾ ਜਾ ਸਕੇ। ਸੋ ਸਿਗਨੀਫੀਕੈਂਟ ਕੰਟਰੀਬਿਊਸ਼ਨ ਕਿਵੇਂ ਚੈੱਕ ਕੀਤੀ ਜਾਏਗੀ? ਉਹ 4-5 ਇੱਥੇ ਫੈਕਟਰਸ ਲਿਖੇ ਆ ਕਿ ਕਿਵੇਂ ਉਹ ਕੰਸੀਡਰ ਕੀਤੇ ਜਾਣਗੇ ਕਿ ਹੀ ਸ਼ੀ ਸ਼ੁੱਡ ਹੈਵ ਰੇਜ਼ਡ ਐਂਡ ਮੇਨਟੇਨ ਅ ਨੈਸ਼ਨਲ ਲੈਵਲ ਟੀਮ ਇਨ ਦਾ ਪੰਜਾਬ ਸਟੇਟ ਫॉर ਐਟਲੀਸਟ 5 ਈਅਰਸ। ਘੱਟੋ ਘੱਟ 5 ਸਾਲਾਂ ਦੇ ਲਈ ਨੈਸ਼ਨਲ ਲੈਵਲ ਦੀ ਕੌਮੀ ਪੱਧਰ ਦੀ ਟੀਮ ਹੈ ਜਿਹੜੀ ਉਹਨਾਂ ਨੇ ਉਹ ਮੇਨਟੇਨ ਰੱਖੀ ਹੋਵੇ, ਜਾਂ ਜਿਵੇਂ 5 ਸਾਲਾਂ ਦੇ ਲਈ ਜਿਵੇਂ JCT ਫੁੱਟਬਾਲ ਟੀਮ ਹੈ, ਜਗਤਜੀਤ ਕਾਟਨ ਐਂਡ ਟੈਕਸਟਾਈਲ ਫੁੱਟਬਾਲ ਟੀਮ ਹੈ ਫੁੱਟਬਾਲ ਕਲੱਬ ਦੀ, ਇਸ ਤਰ੍ਹਾਂ ਦੇ ਲੈਵਲ ਦੀ ਕੋਈ ਟੀਮ ਉਹਨਾਂ ਨੇ 5 ਸਾਲਾਂ ਦੇ ਲਈ ਪੰਜਾਬ ਦੇ ਵਿੱਚ ਖੇਡੀ ਹੋਵੇ ਉਹਨਾਂ ਦੀ ਟੀਮ। ਹੀ ਸ਼ੀ ਸ਼ੁੱਡ ਹੈਵ ਕੰਟੀਨਿਊਸਲੀ ਰਿਕਰੂਟਡ ਇੰਪਲਾਈਡ ਐਟਲੀਸਟ 5 ਸਪੋਰਟਸ ਪਰਸਨਸ ਆਫ ਨੈਸ਼ਨਲ ਲੈਵਲ ਐਵਰੀ ਈਅਰ ਫॉर ਐਟਲੀਸਟ 5 ਈਅਰਸ। ਘੱਟੋ ਘੱਟ ਹਰ ਸਾਲ 5 ਨੈਸ਼ਨਲ ਲੈਵਲ ਦੇ ਖਿਡਾਰੀ ਹੈ ਜਿਹੜੇ ਉਹਨਾਂ ਨੂੰ ਨੌਕਰੀ ਦਿੱਤੀ ਹੋਵੇ 5 ਸਾਲਾਂ ਦੇ ਲਈ। ਜਾਂ ਫਿਰ C ਪੁਆਇੰਟ ਹੈ ਹੀ ਸ਼ੀ ਸ਼ੁੱਡ ਹੈਵ ਕੰਟੀਨਿਊਸਲੀ ਪ੍ਰੋਵਾਈਡਡ ਵੈਲਫੇਅਰ ਟੂ ਨੈਸ਼ਨਲ ਲੈਵਲ ਸਪੋਰਟਸ ਪਰਸਨਸ and teams and consistently helped them in promotion kit, diet and reward money and guided them to improve their performance for at least 5 years। ਘੱਟੋ ਘੱਟ 5 ਸਾਲਾਂ ਦੇ ਲਈ ਕੰਟੀਨਿਊਸਲੀ ਬਿਨਾਂ ਕਿਸੇ ਗੈਪ ਤੋਂ ਸਪੋਰਟਸ ਪਰਸਨ ਦੇ ਲਈ ਜਾਂ ਟੀਮਸ ਦੇ ਲਈ ਰੈਗੂਲਰ ਉਹਨਾਂ ਦੀ ਹੈਲਪ ਕੀਤੀ ਹੋਵੇ, ਉਹਨਾਂ ਦੀ ਪ੍ਰਮੋਸ਼ਨ ਕੀਤੀ ਹੋਵੇ ਕਿਟ, ਡਾਈਟ ਐਂਡ ਰਿਵਾਰਡ ਮਨੀ ਦੇ ਰੂਪ ਦੇ ਵਿੱਚ, ਅਤੇ ਉਹਨਾਂ ਨੂੰ ਗਾਈਡ ਕੀਤਾ ਹੋਵੇ ਉਹ ਆਪਣੀ ਪਰਫੋਰਮੈਂਸ ਇੰਪਰੂਵ ਕਰਨ। ਇਹੋ ਜਿਹੇ ਜਿਹੜੇ ਸਪੋਰਟਸ ਪ੍ਰਮੋਟਰ ਹੈ ਉਹਨਾਂ ਨੂੰ ਕੰਸੀਡਰ ਕੀਤਾ ਜਾਏਗਾ। ਹੀ ਸ਼ੀ ਸ਼ੁੱਡ ਹੈਵ ਕੰਸਟਰਕਟਡ ਸਿਗਨੀਫਿਕੈਂਟ ਇਨਫਰਾਸਟਰਕਚਰ ਇਨ ਦਾ ਸਟੇਟ ਟੂ ਸਪਰੈਡ ਦਾ ਗੇਮ ਓਵਰ ਅ ਪੀਰੀਅਡ ਆਫ 5 ਈਅਰਸ। ਇਨਫਰਾਸਟਰਕਚਰ ਹੈ ਜਿਹੜਾ ਸਿਗਨੀਫਿਕੈਂਟ ਇਨਫਰਾਸਟਰਕਚਰ ਉਹਦੇ ਉਹ ਕੰਸਟਰਕਟ ਕੀਤਾ ਹੋਵੇ ਸਟੇਟ ਦੇ ਵਿੱਚ, ਪੰਜਾਬ ਦੇ ਵਿੱਚ, ਤਾਂ ਕਿ ਗੇਮਸ ਨੇ ਜਿਹੜੀਆਂ ਉਹ ਸਪਰੈਡ ਹੋ ਸਕਣ ਘੱਟੋ ਘੱਟ 5 ਸਾਲ ਦੇ ਲਈ। ਈ ਪਾਰਟ ਹੈ ਹੀ ਸ਼ੀ ਸ਼ੁੱਡ ਹੈਵ ਰੈਗੂਲਰਲੀ ਔਰਗੇਨਾਈਜ਼ਡ ਨੈਸ਼ਨਲ ਇੰਟਰਨੈਸ਼ਨਲ ਲੈਵਲ ਚੈਂਪੀਅਨਸ਼ਿਪਸ ਔਰ ਟੂਰਨਾਮੈਂਟਸ ਫॉर ਐਟਲੀਸਟ 5 ਈਅਰਸ। ਘੱਟੋ ਘੱਟ 5 ਸਾਲਾਂ ਦੇ ਲਈ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਟੂਰਨਾਮੈਂਟ ਹੈ ਜਾਂ ਚੈਂਪੀਅਨਸ਼ਿਪ ਦਾ ਉਹਨਾਂ ਦੀ ਜਿਹੜਾ ਆਯੋਜਨ ਕੀਤਾ ਹੋਵੇ। ਇਸ ਤੋਂ ਅਗਲਾ ਹੈ ਜਿਹੜਾ both individuals as well as organizations will be eligible for the award। ਇਸ ਅਵਾਰਡ ਦੇ ਲਈ ਮਿਲਖਾ ਸਿੰਘ ਅਵਾਰਡ ਦੇ ਲਈ ਇੰਡੀਵਿਜੂਅਲ ਪਰਸਨ ਵੀ ਐਲੀਜੀਬਲ ਨੇ ਔਰ ਕੋਈ ਸੰਸਥਾ ਹੈ ਉਹ ਵੀ ਐਲੀਜੀਬਲ ਹੋਏਗੀ। ਓਨਲੀ 1 ਪ੍ਰਮੋਟਰ ਪਰ ਸਪੋਰਟਸ ਆਰਗੇਨਾਈਜੇਸ਼ਨ ਵਿਲ ਬੀ ਐਲੀਜੀਬਲ ਫॉर ਐਵਰੀ ਕੈਟੇਗਰੀ ਪਰ ਈਅਰ। ਹਰ ਇੱਕ ਸਾਲ ਹਰ ਕੈਟੇਗਰੀ ਦੇ ਵਿੱਚ ਇੱਕ ਪ੍ਰਮੋਟਰ ਪ੍ਰਤੀ ਸਪੋਰਟਸ ਪ੍ਰਤੀ ਆਰਗੇਨਾਈਜੇਸ਼ਨ ਹੀ ਐਲੀਜੀਬਲ ਹੋਵੇਗਾ। ਅ ਮੈਕਸਿਮਮ ਆਫ 2 ਪ੍ਰਮੋਟਰਸ ਆਰਗੇਨਾਈਜ਼ਰਸ ਆਫ ਦਾ ਸਟੇਟ ਵਿਲ ਬੀ ਔਨਰਡ ਵਿਦ ਦਾ ਅਵਾਰਡ ਐਵਰੀ ਈਅਰ। ਹਰ ਸਾਲ ਇਸ ਅਵਾਰਡ ਦੇ ਨਾਲ ਸਿਰਫ 2 ਜਿਹੜੇ ਪ੍ਰਮੋਟਰਸ ਆ ਜਾਂ ਆਰਗੇਨਾਈਜ਼ਰ ਆ ਉਹ ਅਵਾਰਡ ਉਹਨਾਂ ਨੂੰ ਦਿੱਤਾ ਜਾਏਗਾ। ਮੈਕਸਿਮਮ 2 ਹੋ ਸਕਦੇ ਆ। ਔਰ ਇਹਦੇ 'ਚ ਕੀ ਮਿਲੇਗਾ? ਦਾ ਅਵਾਰਡੀ ਵਿਲ ਰਿਸੀਵ 5 ਲੱਖ ਅ ਮੋਮੈਂਟੋ ਅ ਬਲੇਜ਼ਰ ਐਂਡ ਅ ਸਾਈਟੇਸ਼ਨ ਸਕਰੋਲ। ਅਵਾਰਡ ਦੇ ਵਿੱਚ 5 ਲੱਖ ਰੁਪਏ ਕੈਸ਼ ਔਰ ਮੋਮੈਂਟੋ ਬਲੇਜ਼ਰ ਅਤੇ ਸਾਈਟੇਸ਼ਨ ਸਕਰੋਲ ਹੈ ਜਿਹੜਾ ਉਹ ਦਿੱਤਾ ਜਾਏਗਾ ਖੇਡ ਪ੍ਰਮੋਟਰਸ ਨੂੰ। ਸੋ ਇਹ ਸੀ ਖੇਡ ਪ੍ਰਮੋਟਰਸ ਦੇ ਲਈ। ਪੈਨਸ਼ਨ ਸਕੀਮ ਹੈ ਜਿਹੜੀ ਖਿਡਾਰੀਆਂ ਦੇ ਲਈ ਉਹ ਵੀ ਲਾਗੂ ਕੀਤੀ ਜਾਏਗੀ। ਅੰਡਰ ਦਿਸ ਸਕੀਮ ਦੋਜ਼ ਸਪੋਰਟਸ ਪਰਸਨਸ ਹੂ ਆਰ ਰੈਜ਼ੀਡੈਂਟਸ ਆਫ ਪੰਜਾਬ ਐਂਡ ਹੈਵ ਵਨ ਗੋਲਡ, ਸਿਲਵਰ ਐਂਡ ਬ੍ਰੌਂਜ ਮੈਡਲਸ ਇਨ ਓਲੰਪਿਕਸ ਗੇਮਸ, ਵਰਲਡ ਕੱਪ, ਵਰਲਡ ਚੈਂਪੀਅਨਸ਼ਿਪਸ, Asian Games, Commonwealth Games and have attained the age of 40 years and pension will be provided in addition to any sports pension benefits being provided by the central government or any other agency।
ਜੇਕਰ ਕੋਈ ਵੀ ਪੰਜਾਬ ਦਾ ਵਸਨੀਕ ਖਿਡਾਰੀ ਹੈ ਤਾਂ ਉਹਨਾਂ ਨੇ 골ਡ ਸਿਲਵਰ ਤੇ ਬ੍ਰੌਂਜ ਮੈਡਲ ਓਲੰਪਿਕ ਗੇਮ ਦੇ ਵਿੱਚ ਜਿੱਤਿਆ ਹੋਵੇ, ਵਰਲਡ ਕੱਪ ਵਰਲਡ ਚੈਂਪੀਅਨਸ਼ਿਪ ਕੋਈ ਵੀ ਕਿਸੇ ਦੀ ਵੀ ਜਿੱਤਿਆ ਹੋਵੇ, ਏਸ਼ੀਅਨ ਗੇਮਸ ਦੇ ਵਿੱਚ ਜਿੱਤਿਆ ਹੋਵੇ, ਕਾਮਨਵੈਲਥ ਗੇਮਸ ਦੇ ਵਿੱਚ ਜਿੱਤਿਆ ਹੋਵੇ ਅਤੇ ਉਹਨਾਂ ਦੀ ਉਮਰ ਹੈ ਜਿਹੜੀ 40 ਸਾਲ ਪੂਰੀ ਹੋ ਗਈ ਹੋਵੇ ਅਤੇ ਉਹਨਾਂ ਨੂੰ ਜਿਹੜੀ ਪੈਨਸ਼ਨ ਹੈ ਉਹ ਦਿੱਤੀ ਜਾਏਗੀ ਪੰਜਾਬ ਦੇ ਖੇਡ ਵਿਭਾਗ ਦੇ ਵੱਲੋਂ। ਚਾਹੇ ਉਹਨਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਜਾਂ ਕਿਸੇ ਹੋਰ ਏਜੰਸੀ ਵੱਲੋਂ ਕੋਈ ਹੋਰ ਵਿੱਤੀ ਸਹਾਇਤਾ ਜਿਹੜੀ ਜਾਂ ਬੈਨੀਫਿਟ ਹੈ ਜਾਂ ਪੈਨਸ਼ਨ ਹੈ ਮਿਲਦਾ ਹੋਵੇ, ਤਾਂ ਵੀ ਉਹਨਾਂ ਨੂੰ 40 ਸਾਲ ਦੀ ਉਮਰ ਪੂਰੀ ਕਰਨ 'ਤੇ ਪੰਜਾਬ ਦੇ ਖਿਡਾਰੀਆਂ ਨੂੰ 골ਡ ਸਿਲਵਰ ਅਤੇ ਬ੍ਰੌਂਜ ਮੈਡਲ ਜੇਤੂ ਖਿਡਾਰੀ ਨੇ ਜਿਹੜੇ ਕਿਸੇ ਵੀ ਵਰਲਡ ਕੱਪ ਦੇ, ਓਲੰਪਿਕ ਗੇਮ ਦੇ, ਏਸ਼ੀਅਨ ਗੇਮ ਦੇ, ਕਾਮਨਵੈਲਥ ਗੇਮਸ ਦੇ, ਤਾਂ ਉਹਨਾਂ ਨੂੰ ਪੈਨਸ਼ਨ ਹੈ ਜਿਹੜੀ ਉਹ ਲਾਗੂ ਹੋਵੇਗੀ। ਪੈਨਸ਼ਨ ਦੀ ਦਰ ਕੀ ਹੋਏਗੀ ਇੱਥੇ ਚਾਰਟ ਦੇ ਵਿੱਚ ਲਿਖਿਆ, ਮੈਡਲ ਵਿਨਰ ਇਨ ਓਲੰਪਿਕਸ, ਜਿਹੜੇ ਵੀ ਓਲੰਪਿਕਸ ਦੇ ਵਿੱਚ ਮੈਡਲ ਵਿਨਰ ਹੋਣਗੇ ਖਿਡਾਰੀ ਉਹਨਾਂ ਨੂੰ 15,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਹੈ ਜਿਹੜੀ ਉਹ ਲਾਗੂ ਰਹੇਗੀ। ਔਰ ਮੈਡਲ ਵਿਨਰ ਇਨ ਏਸ਼ੀਅਨ ਗੇਮਸ ਦੇ ਵਿੱਚ, ਕਾਮਨਵੈਲਥ ਗੇਮਸ ਹੈਲਡ ਵਨਸ ਇਨ 4 ਈਅਰਸ, ਵਰਲਡ ਚੈਂਪੀਅਨਸ਼ਿਪਸ ਕੋਈ ਵੀ ਵਰਲਡ ਚੈਂਪੀਅਨਸ਼ਿਪ ਜਿਹੜੀ 4 ਸਾਲਾਂ ਬਾਅਦ ਇੱਕ ਵਾਰ ਹੁੰਦੀ ਹੈ, ਉਹਨਾਂ ਸਾਰੇ ਖਿਡਾਰੀਆਂ ਨੂੰ 7,500 ਰੁਪਏ ਪ੍ਰਤੀ ਮਹੀਨੇ ਦੀ ਦਰ ਦੇ ਨਾਲ ਪੈਨਸ਼ਨ ਲਾਗੂ ਹੋਵੇਗੀ। ਔਰ ਨੈਸ਼ਨਲ ਗੇਮਸ ਮੈਡਲ ਵਿਨਰਸ ਹੂ ਹੈਵ ਵਨ ਐਟ ਲੀਸਟ 2 ਮੈਡਲਸ ਇਨ ਲਾਸਟ 5 ਨੈਸ਼ਨਲ ਗੇਮਸ, ਜਿਹੜੇ ਨੈਸ਼ਨਲ ਗੇਮਸ ਦੇ ਵਿੱਚ ਮੈਡਲ ਵਿਨਰ ਨੇ ਜਿਨ੍ਹਾਂ ਨੇ ਪਿਛਲੇ 5 ਸਾਲਾਂ ਦੀਆਂ ਨੈਸ਼ਨਲ ਗੇਮਸ ਦੇ ਵਿੱਚ ਘੱਟੋ ਘੱਟ 2 ਮੈਡਲ ਜਿੱਤੇ ਹੋਣ, ਉਹਨਾਂ ਨੂੰ 5,000 ਰੁਪਏ ਪ੍ਰਤੀ ਮਹੀਨਾ ਦੀ ਦਰ ਦੇ ਨਾਲ ਪੈਨਸ਼ਨ ਹੈ ਜਿਹੜੀ ਲਾਗੂ ਰਹੇਗੀ। ਇਸ ਤੋਂ ਬਾਅਦ ਨੋਟ ਤੁਹਾਡੇ ਲਈ ਇਹ ਹੈ ਕਿ ਪੂਰੀ ਖੇਡ ਨੀਤੀ ਦਾ ਦਸਤਾਵੇਜ਼ ਡਾਊਨਲੋਡ ਕਰਨ ਦੇ ਲਈ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ, PDF ਕਾਪੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਔਰ ਵਿਸਤਾਰਪੂਰਵਕ ਵੇਰਵੇ ਆ ਤੁਸੀਂ ਉੱਥੋਂ ਪੜ੍ਹ ਸਕਦੇ ਹੋ, ਨੈਕਸਟ 3 ਦੇ ਵੀ ਔਰ ਬਾਕੀ ਚੈਪਟਰਸ ਦੇ ਵੀ। ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਚੈਪਟਰ ਦੇ ਜਿਹੜੇ ਵੀਡੀਓਜ਼ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਸਿਰਫ 2 ਚੈਪਟਰ ਆਪਣੇ ਬਾਕੀ ਹੈ, 7 ਤੇ 8 ਦੇ ਨਾਲ ਹੀ ਸਾਰੇ ਸਪੋਰਟਸ ਪਰਸਨਸ ਨੂੰ, ਸਿਟੀਜ਼ਨਸ ਨੂੰ, ਕੋਚ ਸਾਹਿਬਾਨ ਨੂੰ ਬੈਸਟ ਵਿਸ਼ੇਸ ਇਸ YouTube ਚੈਨਲ ਦੇ ਵੱਲੋਂ ਸ਼ੁਭ ਕਾਮਨਾਵਾਂ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ, ਗੁੱਡ ਲੱਕ।